जय भीम साथियों, मैं वरिंदर कुमार, सचिव उत्तरी भारत ऑल इंडिया समता सैनिक दल। समता सैनिक दल ਜਿਹੜਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੁਆਰਾ ਬਣਾਇਆ ਹੋਇਆ ਸੰਗਠਨ ਆ, ਤੁਹਾਡੇ ਸਾਹਮਣੇ ਕੁਝ ਵਿਚਾਰ ਲੈ ਕੇ ਆਇਆ। ਵਿਚਾਰ ਇਸ ਕਰਕੇ ਲਿਆਉਣੇ ਕੋਈ ਜ਼ਰੂਰੀ ਹੋ ਗਏ ਕਿ ਇੱਕ ਕੈਨੇਡਾ ਤੋਂ ਇੱਕ ਸੱਜਣ ਆ ਨਰਿੰਦਰ ਖਹਿਰਾ ਕਰਕੇ, ਉਹਨਾਂ ਨੇ ਪਿੱਛੇ ਜੇ ਕੁਝ ਆਪਣੀ ਫੇਸਬੁੱਕ ਦੇ ਉੱਤੇ ਕੁਝ ਪੋਸਟਾਂ ਵਗੈਰਾ ਪਾਈਆਂ ਸੀਗੀਆਂ ਜਿਹੜੀਆਂ ਕਿ ਬੁੱਧ ਧਰਮ ਦੇ ਖਿਲਾਫ ਅਤੇ ਚੈਲੰਜ ਕਰਦੀਆਂ ਸੀ ਬੁੱਧ ਧਰਮ ਨੂੰ, ਅਤੇ ਉਹ ਜਾਤ ਪਾਤ ਦੇ ਫੇਵਰ ਦੇ ਵਿੱਚ ਸੀਗੀਆਂ। ਤੇ ਮੈਂ ਕੁਝ ਉਹਨਾਂ ਦਾ ਹੀ ਜਵਾਬ ਲੈ ਕੇ ਤੁਹਾਡੇ ਸਾਹਮਣੇ ਆਇਆ। ਦੇਖੋ, ਜਦੋਂ ਇਹ ਪੋਸਟਾਂ ਵਗੈਰਾ ਪੜ੍ਹੀਆਂ, ਸਭ ਤੋਂ ਪਹਿਲਾਂ ਤਾਂ ਮੈਨੂੰ ਜਸਟਿਸ ਮਾਰਕੰਡੇ ਕਾਰਜੋ ਦੀ ਯਾਦ ਆ ਗਈ, ਜਿਨ੍ਹਾਂ ਨੇ ਕਿਹਾ ਸੀਗਾ ਕਿ ਵੀ ਭਾਰਤ ਦੇ 90% ਲੋਕ ਜਿਹੜੇ ਆ ਉਹ ਮੂਰਖ ਆ। ਚਲੋ, ਇਹ ਅਲੱਗ ਗੱਲ ਆ ਵੀ ਖਹਿਰਾ ਜਿਹੜਾ ਹੈਗਾ ਉਹ ਅੱਜ ਕੈਨੇਡਾ ਦੇ ਵਿੱਚ ਰਹਿ ਰਿਹਾ, ਲੇਕਿਨ ਗਿਆ ਤਾਂ ਖੈਰ ਇੱਥੋਂ ਭਾਰਤ ਦੇ ਵਿੱਚੋਂ ਹੀ ਆ। ਉਹ 90% ਲੋਕਾਂ ਦੇ ਵਿੱਚ ਮੈਨੂੰ ਉਹਦੀ ਵੀ ਗਿਣਤੀ ਜਿਹੜੀ ਆ ਸ਼ਮੂਲੀਅਤ ਜਿਹੜੀ ਮਹਿਸੂਸ ਹੋਈ। ਇੱਕ ਵਿਦਵਾਨ ਨੇ ਲਿਖਿਆ, ਕਹਿੰਦੇ ਵੀ ਜੇਕਰ ਤੁਸੀਂ ਆਪਣੇ ਰਾਸਤੇ ਵਿੱਚ ਭੌਂਕ ਰਹੇ ਹਰ ਉਸ ਕੁੱਤੇ ਦੇ ਉੱਤੇ ਪੱਥਰ ਮਾਰਨ ਦੇ ਲਈ ਰੁਕੋਗੇ ਜਿਹੜਾ ਤੁਹਾਨੂੰ ਦੇਖ ਕੇ ਮਤਲਬ ਭੌਂਕ ਰਿਹਾ ਆ, ਤੇ ਤੁਸੀਂ ਆਪਣੀ ਮੰਜ਼ਿਲ ਤੇ ਕਦੇ ਨਹੀਂ ਪਹੁੰਚ ਪਾਓਗੇ। ਇਸ ਕਰਕੇ ਅਸੀਂ ਇਹਨਾਂ ਗੱਲਾਂ ਨੂੰ ਇਗਨੋਰ ਕਰਨਾ ਚਾਹਿਆ। ਲੇਕਿਨ ਜਦੋਂ ਖਹਿਰੇ ਨੇ ਦੇਖਿਆ ਕਿ ਵੀ ਇਹਨਾਂ ਨੇ ਓਪਨ ਚੈਲੰਜ ਕੀਤਾ ਵੀ ਮੇਰੇ ਨਾਲ ਕਿਸੇ ਵੀ ਟਾਈਮ ਲਾਈਵ ਹੋ ਜਾਓ ਤੇ ਮੈਂ ਬੁੱਧਿਜ਼ਮ ਦੇ ਬਾਰੇ ਤੁਹਾਨੂੰ ਦੱਸ ਸਕਦਾ ਆ ਕਿ ਵੀ ਕਿਹੜੀਆਂ ਮੰਨ ਲਓ ਉਹਦੇ ਵਿੱਚ ਕਮੀਆਂ ਜਾਂ ਜੋ ਵੀ ਆ, ਉਸ ਤੋਂ ਇਲਾਵਾ ਜਾਤ ਪਾਤ ਦੇ ਫੇਵਰ 'ਚ। ਤੇ ਦੋ ਗੱਲਾਂ ਕਰਕੇ ਸਾਨੂੰ ਮਤਲਬ ਇਹ ਜਵਾਬ ਦੇਣਾ ਜ਼ਰੂਰੀ ਹੋ ਗਿਆ। ਨੰਬਰ ਇੱਕ ਤਾਂ ਇਹ ਕਿ ਸਾਨੂੰ ਲੱਗਾ ਕਿ ਇਹ ਬਾਬਾ ਸਾਹਿਬ ਅੰਬੇਡਕਰ ਦੇ ਉੱਪਰ ਹੀ ਇਹਨਾਂ ਨੇ ਟਿੱਪਣੀ ਕੀਤੀ ਆ, ਕਿਉਂਕਿ ਬੁੱਧਿਜ਼ਮ ਜਿਹੜਾ ਹੈਗਾ ਭਾਰਤ ਦੇ ਵਿੱਚ ਸਾਨੂੰ ਬਾਬਾ ਸਾਹਿਬ ਅੰਬੇਡਕਰ ਨੇ ਦਿੱਤਾ ਆ। ਦੂਸਰੀ ਗੱਲ ਇਹ ਆ, ਜਾਤ ਪਾਤ ਦਾ ਵਿਰੋਧ ਕਰਨਾ ਬਾਬਾ ਸਾਹਿਬ ਅੰਬੇਡਕਰ ਨੇ ਹੀ ਸਾਨੂੰ ਦੱਸਿਆ। ਜਿਹੜੀ ਮੰਨੋ ਐਨੀਲੇਸ਼ਨ ਆਫ ਕਾਸਟ ਸਾਥੀ ਜਿਹੜੇ ਆ ਉਹ ਪੜ੍ਹ ਸਕਦੇ ਆ ਜੇਕਰ ਕਿਸੇ ਨੂੰ ਨਾ ਪਤਾ ਹੋਵੇ। ਇਸ ਲਈ ਫਿਰ ਅਸੀਂ ਸੋਚਿਆ ਕਿ ਵੀ ਚਲੋ ਇਹ ਜਿਹੜਾ ਹੈਗਾ ਆ ਵੀ ਆਪਾਂ ਨੂੰ ਜਵਾਬ ਵਗੈਰਾ ਦੇਣਾ ਚਾਹੀਦਾ। ਇਹਦਾ ਇੱਕ ਕਾਰਨ ਇਹ ਵੀ ਬਣ ਜਾਂਦਾ ਕਿਉਂਕਿ ਇੱਕ ਵਿਦਵਾਨ ਨੇ ਲਿਖਿਆ ਕਿ ਜਿਹੜਾ ਛਲ, ਕਪਟ, ਝੂਠ ਅਤੇ ਫਰੇਬ ਆ ਉਹ ਇਮਤਿਹਾਨ ਤੋਂ ਘਬਰਾਉਂਦਾ ਆ, ਜਿਹੜੀ ਸੱਚਾਈ ਆ ਉਹ ਇਮਤਿਹਾਨ ਨੂੰ ਸੱਦਾ ਦਿੰਦੀ ਆ। ਇਸ ਕਰਕੇ ਅਸੀਂ ਉਹਨਾਂ ਦਾ ਚੈਲੰਜ ਜਿਹੜਾ ਕਬੂਲ ਕਰਦੇ ਆ। ਤੇ ਖੈਰ ਉਹ ਜਦੋਂ ਲਾਈਵ ਹੋਏਗਾ ਸੋ ਹੋਏਗਾ, ਪਰ ਉਹ ਕੁਝ ਜਿਹੜੇ ਸਵਾਲ ਉਹਨਾਂ ਨੇ ਚੱਕੇ ਸੀਗੇ ਉਹਦੇ ਮੈਂ ਕੁਝ ਜਵਾਬ ਵਗੈਰਾ ਤੁਹਾਡੇ ਸਾਹਮਣੇ ਕੁਝ ਰੱਖਣਾ ਚਾਹੁੰਦਾ ਆ। ਦੇਖੋ, ਜਿਹੜੀ ਪਹਿਲੀ ਗੱਲ ਆ, ਮੈਂ ਕੋਈ ਵੀ ਸਵਾਲ ਰੱਖਣ ਤੋਂ ਪਹਿਲਾਂ ਇਹ ਗੱਲ ਕਰ ਦੇਣਾ ਚਾਹੁੰਦਾ, ਕਿਉਂਕਿ ਅਕਸਰ ਕਈ ਵਾਰੀ ਜਦੋਂ ਕਿਸੇ ਦੋ ਵਿਅਕਤੀਆਂ ਦੇ ਵਿੱਚ ਵਿਚਾਰ ਚਰਚਾ ਕੋਈ ਵਗੈਰਾ ਹੁੰਦੀ ਹੋ ਤੇ ਉਹ ਇੱਕ ਜਣਾ ਦੂਸਰੇ ਨੂੰ ਕਹਿ ਦਿੰਦਾ ਕਿ ਵੀ ਤੂੰ ਇਹਨੂੰ ਵਿਅਕਤੀਗਤ ਨਾ ਲਈ। ਪਰ ਮੈਂ ਇੱਥੇ ਇਹ ਕਹਿਣਾ ਚਾਹੂੰਗਾ ਕਿ ਵੀ ਖਹਿਰਾ ਨੂੰ ਇਹ ਕਹਿਣਾ ਚਾਹੂੰਗਾ ਕਿ ਵੀ ਤੂੰ ਇਹਨੂੰ ਵਿਅਕਤੀਗਤ ਹੀ ਲਈ, ਇਹਨੂੰ ਸਮਾਜਿਕ ਨਾ ਲਈ। ਸਮਾਜਿਕ ਇਸ ਕਰਕੇ ਨਾ ਲਈ ਕਿਉਂਕਿ ਦੇਖੋ, ਸਮਾਜ ਦਾ ਠੇਕਾ ਤੂੰ ਨਹੀਂ ਲਿਆ। ਮੈਨੂੰ ਨਹੀਂ ਲੱਗਦਾ ਕਿ ਸਮਾਜ ਨੇ ਤੈਨੂੰ ਕੋਈ ਅਥਾਰਟੀ ਦਿੱਤੀ ਹੈ ਜਿਹੜਾ ਤੂੰ ਸਮਾਜ ਦਾ ਮੋਹਤਬਾਰ ਬਣ ਕੇ ਤੂੰ ਇਹ ਗੱਲਬਾਤ ਕਰ ਸਕੇ। ਕਿਉਂਕਿ ਅਸਲ ਵਿੱਚ ਇਹੋ ਜਿਹੇ ਜਿਹੜੇ ਲੋਕ ਹੁੰਦੇ ਨਾ, ਕਈ ਵਾਰੀ ਸਮਾਜ ਦੇ ਵਿੱਚ ਪਾੜਾ ਪਾਉਣ ਦੇ ਲਈ ਇਹ ਸਾਰੀਆਂ ਕੁਛ ਇਦਾਂ ਦੀਆਂ ਘਿਨੌਣੀਆਂ ਹਰਕਤਾਂ ਵਗੈਰਾ ਕਰਦੇ ਰਹਿੰਦੇ ਆ। ਹੁਣ ਆਪਾਂ ਗੱਲ ਕਰਦੇ ਆ, ਦੇਖੋ ਜਿਹੜੇ ਉਹਨਾਂ ਨੇ ਸਵਾਲ ਵਗੈਰਾ ਕੀਤੇ ਜਾਂ ਕਿੱਦਾਂ ਕੀਤੇ, ਉਹ ਕਹਿੰਦੇ ਆ ਵੀ ਭਾਰਤ ਵਿੱਚ ਸਭ ਤੋਂ ਪਹਿਲਾਂ ਜਿਹੜਾ ਮੂਰਤੀ ਪੂਜਾ ਹੈਗੀ ਆ ਉਹ ਬੁੱਧ ਨੇ ਸ਼ੁਰੂ ਕੀਤੀ। ਜੇਕਰ ਤੁਸੀਂ ਦੇਖੋ ਮਹਾਭਾਰਤ ਦੀ ਗੱਲ ਕਰੋ, ਮਹਾਭਾਰਤ ਜੇਕਰ ਕੋਈ ਜਾਣਦਾ ਪੜ੍ਹਿਆ ਆ ਜਾਂ ਸੁਣਿਆ ਵੀ ਜਿਹੜਾ ਇਹਨਾਂ ਨੇ ਹੈਗਾ, ਉਹਦੇ ਵਿੱਚ ਇਕਲਵਿਆ ਦੀ ਕਹਾਣੀ ਆਉਂਦੀ ਆ। ਕਹਿੰਦੇ ਵੀ ਇਹ ਆ ਵੀ ਦ੍ਰੋਣਾਚਾਰੀਆ ਨੇ ਇਕਲਵਿਆ ਨੂੰ ਆਪਣਾ ਸ਼ਿਸ਼ ਮੰਨਣ ਤੋਂ ਇਨਕਾਰ ਕਰ ਦਿੱਤਾ। ਤੇ ਇਕਲਵਿਆ ਨੇ ਕੀ ਕੀਤਾ, ਇਕਲਵਿਆ ਨੇ ਦ੍ਰੋਣਾਚਾਰੀਆ ਦੀ ਮੂਰਤੀ ਬਣਾ ਲਈ। ਤੇ ਮੂਰਤੀ ਬਣਾ ਕੇ ਉਹਨੇ ਜੋ ਸਵੇਰ ਦਾ ਸਿਸਟਮ ਵਗੈਰਾ ਸੀਗਾ, ਜੋ ਉਹਨੂੰ ਨਮਸਕਾਰ ਕਰਨਾ ਜਾਂ ਕਰਦਾ ਸੀਗਾ, ਉਸ ਮੁਤਾਬਕ ਉਹ ਆਪਣੀ ਪ੍ਰੈਕਟਿਸ ਵਗੈਰਾ ਜਿਹੜੀ ਸੀ ਉਹ ਸਾਰੀ ਕੰਟੀਨਿਊ ਕਰਦਾ ਰਿਹਾ। ਇਸ ਲਈ ਇਹ ਗੱਲ ਸਾਬਿਤ ਹੁੰਦੀ ਕਿ ਵੀ ਮੂਰਤੀ ਜਿਹੜੀ ਬਣਾਉਣੀ ਹੈ ਬੁੱਧਿਜ਼ਮ ਤੋਂ ਸ਼ੁਰੂ ਨਹੀਂ ਹੋਈ। ਦੂਸਰੀ ਗੱਲ ਇਹ ਹੈ ਕਿ ਦੇਖੋ, ਜਿਹੜਾ ਹੈਗਾ ਜੇ ਬੁੱਧਿਜ਼ਮ ਦੀ ਆਪਾਂ ਗੱਲ ਕਰੀਏ, ਬੁੱਧਿਜ਼ਮ ਦੇ ਵਿੱਚ ਜਿਹੜੀ ਬੁੱਧਾ ਦੀ ਮੂਰਤੀ ਆ, ਉਹ ਬੁੱਧਿਸਟ ਲੋਕ ਜਿਹੜੇ ਆ ਉਹ ਬੁੱਧ ਦੀ ਮੂਰਤੀ ਦਾ ਕੋਈ ਮੰਗਦੇ ਨਹੀਂ ਹੈਗੇ। ਉਹ ਸਿਰਫ ਇੱਕ ਸਿੰਬਲ ਦੇ ਤੌਰ ਤੇ ਉਹਨਾਂ ਨੂੰ ਲੈਂਦੇ ਆ। ਬੁੱਧ ਦੀ ਮੂਰਤੀ ਨੂੰ ਇੱਕ ਸਿੰਬਲ ਦੇ ਤੌਰ ਤੇ ਲੈਂਦੇ। ਕਾਹਦੇ ਲਈ? ਕਿਉਂਕਿ ਬੁੱਧ ਨੇ ਦੇਖੋ ਇੱਕ ਮਾਨਵਤਾ ਦੇ ਭਲੇ ਦੀ ਉਹਨਾਂ ਨੇ ਗੱਲਬਾਤ ਕੀਤੀ ਆ। ਇੱਕ ਕਿ ਕਹਿਣ ਦਾ ਆਪਣੇ ਧੰਮ ਦਾ ਜਿਹੜਾ ਕਲਿਆਣਕਾਰੀ ਰਾਸਤਾ ਸੀ ਉਹ ਲੋਕਾਂ ਨੂੰ ਉਹਨਾਂ ਨੇ ਦੱਸਿਆ। ਇਸ ਕਰਕੇ ਜਿਹੜਾ ਹੈਗਾ ਕਿ ਵੀ ਉਹਨਾਂ ਦੇ ਅੱਗੇ ਉਹ ਸਿਰਫ ਉਹਨਾਂ ਦਾ ਨਮਸਕਾਰ ਕਰਦੇ। ਨਮਸਕਾਰ ਕਰਨ ਵੇਲੇ ਕੀ ਕਰਦੇ ਆ? ਨਮੋ ਤਸ ਭਗਵਤੋ ਅਰਹਤੋ ਸੰਮਾ ਸੰਬੁੱਧ। ਕਿ ਮੈਂ ਉਸ ਸੰਮਿਕ ਸੰਬੁੱਧ ਦੇ ਅੱਗੇ ਜਿਹੜੇ ਤੱਥਾਂ ਤੋਂ ਸਾਨੂੰ ਜਾਣੂ ਕਰਵਾਉਂਦੇ ਆ, ਜਿਹੜੇ ਕਿ ਸੂਝਵਾਨ ਆ, ਗਿਆਨਵਾਨ ਆ, ਜਿਹੜੇ ਉਹਨਾਂ ਨੂੰ ਮੈਂ ਨਮਸਕਾਰ ਕਰਦਾ। ਉਹਨਾਂ ਨੇ ਨਮਸਕਾਰ ਸ਼ਬਦ ਵਰਤਿਆ, ਪੂਜਾ ਸ਼ਬਦ ਨਹੀਂ ਵਰਤਿਆ ਕਿ ਵੀ ਮੈਂ ਉਹਦੀ ਪੂਜਾ ਕਰਦਾ। ਨਮਸਕਾਰ ਕਰਨਾ ਤੇ ਪੂਜਾ ਕਰਨਾ ਦੇ ਵਿੱਚ ਦੋ ਕਾਫੀ ਦੂਰ ਦੇ ਅੰਤਰ ਹੁੰਦੇ ਆ। ਦੂਸਰੀ ਗੱਲ ਉਹ ਇੱਕ ਇਹ ਵੀ ਹੈ ਕਿ ਵੀ ਬੁੱਧ ਨੇ ਕਿਹਾ ਵੀ ਮੈਂ ਜਿਹੜਾ ਹੈਗਾ ਤੁਹਾਡਾ ਮਾਰਗ ਦਾਤਾ ਆ, ਮੁਕਤੀ ਦਾਤਾ ਨਹੀਂ। ਇਸ ਗੱਲ ਕਰਕੇ ਵੀ ਆਪਾਂ ਕਹਿ ਸਕਦੇ ਵੀ ਬੁੱਧ ਦੀ ਕੋਈ ਪੂਜਾ ਨਹੀਂ ਕੀਤੀ ਜਾਂਦੀ। ਬੁੱਧ ਨੂੰ ਸਿਰਫ ਇੱਕ ਨਮਸਕਾਰ ਕੀਤਾ ਜਾਂਦਾ। ਉਹ ਇਸ ਕਰਕੇ ਕਿਉਂਕਿ ਉਹਨਾਂ ਨੇ ਸਮਾਜ ਦਾ ਕਲਿਆਣ ਕੀਤਾ। ਉਹਨਾਂ ਨੇ ਜੋ ਛੂਆਛਾਤ, ਭੇਦਭਾਵ ਵਗੈਰਾ ਜਿਹੜੇ ਜੋ ਕੁਛ ਸੀਗਾ ਸਿਸਟਮ ਵਗੈਰਾ, ਨਾਰੀ ਨਿੰਦਾ, ਉਹਨੂੰ ਉਹਨਾਂ ਨੇ ਸਮਾਪਤ ਕੀਤਾ ਆਪਣੇ ਧੰਮ ਦੇ ਜ਼ਰੀਏ। ਇਸ ਕਰਕੇ ਵੀ
ਤੇ ਦੂਸਰੀ ਗੱਲ ਦੇਖੋ ਉਹਨਾਂ ਨੇ ਗੱਲ ਕੀਤੀ ਖਹਿਰੇ ਨੇ ਕਿ ਵੀ ਬੁੱਧ ਧੰਮ ਵਿੱਚ ਸਭ ਤੋਂ ਵੱਧ ਪੂਜਾ ਅਤੇ ਧੂਫ ਦਾ ਇਸਤੇਮਾਲ ਹੁੰਦਾ ਹੈ। ਮੈਨੂੰ ਮੋਮਬੱਤੀਆਂ ਜਿਹੜੀਆਂ ਸੀਗੀਆਂ ਉਹ ਖਾ ਗਿਆ, ਮੋਮਬੱਤੀਆਂ ਦਾ ਜ਼ਿਕਰ ਨਹੀਂ ਕੀਤਾ ਉਹਨੇ ਖਹਿਰੇ ਨੇ। ਚਲੋ ਜਿਹੜਾ ਦੇਖੋ ਜਿਹੜਾ ਪੂਜਾ ਦੀ ਗੱਲਬਾਤ ਜਿਹੜੀ ਮੈਂ ਕੀਤੀ ਹੈ ਨਾ, ਪੂਜਾ ਦੇ ਬਾਰੇ ਤਾਂ ਮੈਂ ਉੱਪਰ ਦੱਸ ਚੁੱਕਾ, ਕਲੀਅਰ ਕਰ ਚੁੱਕਾ ਸਾਰਾ। ਧੂਫ ਜਾਂ ਅਗਰਬੱਤੀ ਦੀ ਆਪਾਂ ਗੱਲਬਾਤ ਕਰੀਏ ਤੇ ਇਹ ਸਿਰਫ ਇੱਕ ਯਾਨੀ ਕਿ ਜਿਹੜੇ ਵਾਤਾਵਰਣ ਨੂੰ ਇੱਕ ਸ਼ੁੱਧ ਕਰਨ ਲਈ ਖੁਸ਼ਬੂਦਾਰ ਦੇ ਤੌਰ ਤੇ ਕੀਤਾ ਜਾਂਦਾ। ਖਹਿਰੇ ਨੇ ਸ਼ਾਇਦ ਉਹਨਾਂ ਹਿੰਦੂ ਮੰਦਰਾਂ ਦੇ ਵਿੱਚ ਜਾਂ ਉਹਨਾਂ ਕਈ ਡੇਰਿਆਂ ਦੇ ਵਿੱਚ ਜਾ ਕੇ ਨਹੀਂ ਦੇਖਿਆ ਜਿਨ੍ਹਾਂ ਦੇ ਵਿੱਚ ਸਵੇਰੇ ਹੀ ਧੂਣਾ ਜਿਹੜਾ ਆ ਉਹ ਤੁਹਾ ਦਿੱਤਾ ਜਾਂਦਾ ਆ ਤੇ ਸਾਰੇ ਦਾ ਸਾਰਾ ਦਿਨ ਮੰਨ ਲਓ, ਸ਼ਾਇਦ ਰਾਤ ਨੂੰ ਵੀ ਮੰਨ ਲਓ ਕਈ ਜਗ੍ਹਾ ਤੇ ਇਹ ਜਿਹੜਾ ਧੂਣਾ ਵਗੈਰਾ ਚੱਲਦਾ ਰਹਿੰਦਾ ਆ। ਤੇ ਇਸ ਕਰਕੇ ਅਜਿਹਾ ਨਹੀਂ ਹੈਗਾ ਕਿ ਵੀ ਬੁੱਧ ਮੰਦਰਾਂ 'ਚ ਮੰਨ ਲਓ ਕਹਿੰਦੇ ਮਤਲਬ ਧੂਪ ਬੱਤੀ ਵਗੈਰਾ ਜਿਹੜਾ ਇਹ ਸਿਲਸਿਲਾ ਵਗੈਰਾ ਚੱਲਦਾ ਹੀ ਰਹਿੰਦਾ। ਤੇ ਬਾਕੀ ਜਿਹੜੀ ਮੋਮਬੱਤੀ ਦੀ ਗੱਲ ਕਰੀਏ, ਇਹ ਸਿਰਫ ਇੱਕ ਰੋਸ਼ਨੀ ਦਾ ਪ੍ਰਤੀਕ ਆ, ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਹੈਗਾ। ਤੇ ਦੂਸਰਾ ਇਹ ਵੀ ਇਹਦੀ ਗੱਲ ਜਿਹੜੀ ਆ ਮਤਲਬ ਕਹਿੰਦਾ ਮਤਲਬ ਗਲਤ ਹੀ ਯਾਨੀ ਕਿ ਸਾਬਤ ਹੁੰਦੀ ਆ। ਦੂਸਰਾ ਇਹ ਆ ਦੁਨੀਆ ਵਿੱਚ ਸਭ ਤੋਂ ਵੱਧ ਜਿਹੜੀਆਂ ਮੂਰਤੀਆਂ ਹੈਗੀਆਂ ਮੰਦਰਾਂ ਵਿੱਚ ਉਹ ਬੁੱਧ ਦੀਆਂ ਹੈਗੀਆਂ ਆ। ਦੇਖੋ ਇਹਦਾ ਜਿਹੜਾ ਹੈਗਾ ਨਾ ਕਾਫੀ ਹੱਦ ਤੱਕ ਜਿਹੜਾ ਆ ਮੰਨ ਲਓ ਸ਼੍ਰੇਅ ਜਿਹੜਾ ਹੈਗਾ ਆ ਉਹ ਸਮਰਾਟ ਅਸ਼ੋਕ ਨੂੰ ਅਤੇ ਬਾਬਾ ਸਾਹਿਬ ਅੰਬੇਡਕਰ ਨੂੰ ਜਾਂਦਾ, ਕਿਉਂਕਿ ਜਿਹੜਾ ਬੁੱਧਿਜ਼ਮ ਸੀਗਾ ਉਹਨਾਂ ਨੇ ਮੰਨ ਲਓ ਕਹਿੰਦਾ ਮਤਲਬ ਇਹ ਕਾਫੀ ਦੂਰ ਤੱਕ ਮੰਨ ਲਓ ਏਸ਼ੀਆ ਤੱਕ ਸਮਰਾਟ ਅਸ਼ੋਕ ਨੇ ਹੀ ਨਹੀਂ ਬਲਕਿ ਯੂਰਪ ਤੱਕ ਵੀ ਇਹਨੂੰ ਫੈਲਾਇਆ ਬੁੱਧ ਧੰਮ ਨੂੰ। ਤੇ ਫਿਰ ਜਿਹੜੇ ਬੁੱਧ ਦੀਆਂ ਮੂਰਤੀਆਂ ਆ ਉਹ ਮੰਨ ਲਓ ਇੱਕ ਸਿੰਬਲ ਦੇ ਤੌਰ ਤੇ ਲੈਂਦੇ ਆ। ਤੇ ਅੱਜ ਕੱਲ ਬਹੁਤ ਸਾਰੇ ਪਰਿਵਾਰ ਅਜਿਹੇ ਵੀ ਆ ਜਿਹੜੇ ਚਾਹੇ ਬੁੱਧ ਧਰਮ ਨਾਲ ਨਹੀਂ ਵੀ ਸੰਬੰਧਿਤ ਹੈਗੇ ਆ, ਉਹ ਕਿਸੇ ਹੋਰ ਹੀ ਧਰਮ ਦੇ ਹੈਗੇ, ਪਰ ਉਹ ਬੁੱਧ ਦੀਆਂ ਮੂਰਤੀਆਂ ਆਪਣੇ ਘਰਾਂ ਦੇ ਵਿੱਚ ਰੱਖਣਾ ਪਸੰਦ ਕਰਦੇ ਇੱਕ ਡੈਕੋਰੇਸ਼ਨ ਦੇ ਤੌਰ ਤੇ। ਤੇ ਮੈਨੂੰ ਨਹੀਂ ਲੱਗਦਾ ਕਿ ਵੀ ਜੇਕਰ ਮੰਨ ਲਓ ਬੁੱਧ ਵਿਹਾਰਾਂ ਦੇ ਵਿੱਚ ਮੰਨ ਲਓ ਬੁੱਧਾਂ ਦੀਆਂ ਮੂਰਤੀਆਂ ਵਗੈਰਾ ਹੈਗੀਆਂ, ਇਹ ਕਿਸੇ ਨੂੰ ਇਹਦੇ ਉੱਤੇ ਕਿਸੇ ਨੂੰ ਕੋਈ ਇਤਰਾਜ਼ ਹੋ ਸਕਦਾ। ਫਿਰ ਇਸ ਤੋਂ ਬਾਅਦ ਸਵਾਲ ਕਰ ਰਿਹਾ ਕਿ ਵੀ ਬਾਬਾ ਸਾਹਿਬ ਨੇ ਬੁੱਧ ਦੀਕਸ਼ਾ ਲੈਣ ਵੇਲੇ ਹੱਥ ਜੋੜ ਕੇ ਮੱਥਾ ਟੇਕ ਕੇ ਦੀਕਸ਼ਾ ਲਈ ਸੀ, ਫੋਟੋ ਮੌਜੂਦ ਆ। ਉਹ ਭਾਈ ਕੋਈ ਗੁਨਾਹ ਕਰ ਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਬੁੱਧਾ ਦੇ ਅੱਗੇ ਮੰਨ ਲਓ ਕਹਿੰਦੇ ਮਤਲਬ ਨਮਸਕਾਰ ਕਰਕੇ ਦੀਕਸ਼ਾ ਲੈ ਲਈ? ਤਾਂ ਇਹ ਦੇਖੋ ਜੀ, ਇਹ ਇੱਕ ਬੁੱਧਿਜ਼ਮ ਜਿਹੜਾ ਵੀ ਬੰਦਾ ਕੋਈ ਅਡੋਪਟ ਕਰਦਾ ਆ ਉਹਦੀ ਇੱਕ ਮੰਨ ਲਓ ਕਹਿੰਦੇ ਮਤਲਬ ਆਪਾਂ ਕਹਿ ਸਕਦੇ ਆ ਕਿ ਵੀ ਸਿਸਟਮ ਆ ਬੁੱਧਿਜ਼ਮ ਦਾ। ਇਹ ਸਿਸਟਮ ਆ, ਉਹਨਾਂ ਨੇ ਉਹ ਸਿਸਟਮ ਜਿਹੜਾ ਸੀਗਾ ਬੁੱਧਿਜ਼ਮ ਦਾ ਉਹ ਫੋਲੋ ਕੀਤਾ। ਤੁਸੀਂ ਦੇਖੋ ਵੀ ਇੱਕ ਵਿਅਕਤੀ ਜਿਹੜਾ ਇੱਕ ਮਹਾਪੁਰਸ਼ ਆ ਜਿਹਨੇ ਦੁਨੀਆ ਨੂੰ ਜਿਹੜਾ ਰੋਸ਼ਨ ਕਰ ਰਿਹਾ, ਐਡਾ ਮਹਾਨ ਸ਼ਖਸੀਅਤ ਆ, ਉਹਦੇ ਅੱਗੇ ਤੁਹਾਨੂੰ ਨਤਮਸਤਕ ਹੋਣ ਦੇ ਲਈ ਇਤਰਾਜ਼ ਕੀ ਹੋ ਸਕਦਾ ਭਾਈ? ਜੇ ਬਾਈ ਮੰਨ ਲਓ ਸ਼ਰਧਾ ਭਾਵ ਦੇ ਨਾਲ, ਸਿਰਫ ਮੈਂ ਇਹ ਨਹੀਂ ਕਹਿ ਰਿਹਾ ਕਿ ਵੀ ਕੁਝ ਮੰਗਣ ਦੇ ਲਈ, ਕੋਈ ਸ਼ਰਧਾ ਭਾਵ ਦੇ ਨਾਲ ਮੰਨ ਲਓ ਕਹਿੰਦੇ ਮਤਲਬ ਜੇ ਕੋਈ ਉਹਦੇ ਅੱਗੇ ਨਤਮਸਤਕ ਹੋ ਰਿਹਾ ਤੇ ਇਹਦੇ ਤੇ ਇਤਰਾਜ਼ ਕੀ ਆ? ਸੋ ਬਾਬਾ ਸਾਹਿਬ ਜਿਹੜੇ ਉੱਥੇ ਮੰਨ ਲਓ ਬੁੱਧਾ ਦੀ ਮੂਰਤੀ ਨੂੰ ਉਹਨਾਂ ਨੇ ਨਮਸਕਾਰ ਕੀਤਾ, ਇਹ ਇੱਕ ਬੁੱਧਿਜ਼ਮ ਅਪਣਾਉਣ ਦੀ ਇੱਕ ਵਿਧੀ ਆ, ਉਹਨਾਂ ਨੇ ਉਹ ਵਿਧੀ ਫੋਲੋ ਕੀਤੀ। ਇਸੇ ਤਰ੍ਹਾਂ ਅੱਗੇ ਕਹਿ ਰਿਹਾ ਵੀ ਭਾਰਤ ਦੇ ਖੰਡਰਾਂ ਦੀ ਖੁਦਾਈ ਵਿੱਚੋਂ ਸਿਵਾਏ ਬੁੱਧ ਦੇ ਕਿਸੇ ਹੋਰ ਧਰਮ ਦੀ ਮੂਰਤੀ ਨਹੀਂ ਨਿਕਲੀ। ਇਹ ਸਵਾਲ ਮੈਨੂੰ ਜਿਹੜਾ ਹੈਗਾ ਨਾ, ਦੇਖੋ ਮੈਨੂੰ ਲੱਗਦਾ ਕਿ ਵੀ ਇਹ ਪਤਾ ਨਹੀਂ ਬੁੱਧਿਜ਼ਮ ਦੇ ਵਿਰੋਧ ਚ ਕਰ ਰਿਹਾ ਜਾਂ ਬੁੱਧਿਜ਼ਮ ਦੇ ਫੇਵਰ ਚ ਕਰ ਰਿਹਾ। ਇਹਦੇ ਥੋੜਾ ਇਹ ਸਵਾਲ ਹੀ ਇਹਦਾ ਕਨਫਿਊਜ਼ਨ ਜੀ ਵਾਲਾ। ਉਹ ਜੇ ਹੁਣ ਮੰਨ ਲਓ ਕਹਿੰਦਾ ਮਤਲਬ ਮੈਂ ਇਹ ਭਾਰਤ ਦੀ ਜ਼ਿਕਰ ਕਰ ਰਿਹਾ, ਮੈਂ ਕਹਿ ਰਿਹਾ ਵਿਦੇਸ਼ਾਂ ਦੇ ਵਿੱਚੋਂ ਨਿਕਲ ਰਹੀਆਂ ਆ ਬੁੱਧਾ ਦੀਆਂ ਮੂਰਤੀਆਂ ਜਿਹੜੀਆਂ ਵਿਦੇਸ਼ਾਂ ਚੋਂ ਨਿਕਲ ਰਹੀਆਂ, ਕਿਉਂਕਿ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਸਮਰਾਟ ਅਸ਼ੋਕ ਨੇ ਜਿਹੜਾ ਸੀ ਬੁੱਧਿਜ਼ਮ ਦਾ ਪ੍ਰਚਾਰ ਪ੍ਰਸਾਰ ਜਿਹੜਾ ਸੀਗਾ ਉਹ ਯੂਰਪ ਤੱਕ ਕੀਤਾ ਸੀ। ਇਸ ਕਰਕੇ ਉਹ ਦੁਨੀਆ ਦੇ ਵਿੱਚ ਜਿੱਥੇ ਵੀ ਖੁਦਾਈ ਕਰਦੇ ਉੱਥੋਂ ਨਿਕਲ ਰਹੀਆਂ। ਹੁਣ ਭਾਈ ਯਾਰ ਤੇਰੇ ਕਿਸੇ ਮੰਨ ਲਓ ਚਹੀਤੇ ਦੀ ਮੂਰਤੀ ਨਹੀਂ ਨਿਕਲੀ, ਤੇਰੇ ਵਿੱਚ ਸਾਡਾ ਕੀ ਕਸੂਰ ਯਾਰ? ਠੀਕ ਹੈ, ਤੇ ਇਹ ਸੋਚਣ ਵਾਲੀ ਗੱਲ ਆ। ਤੇ ਦੂਸਰਾ ਇਸ ਤੋਂ ਇਲਾਵਾ ਇਹ ਆ, ਦੇਖੋ ਇਹ ਜਿਹੜਾ ਹੈਗਾ ਇੱਕ ਹੋਰ ਸਵਾਲ ਉਹਨੇ ਕੀਤਾ, ਸਭ ਤੋਂ ਵੱਧ ਸੋਨਾ ਜਿਹੜਾ ਹੈਗਾ ਬੁੱਧ ਦੇ ਮੰਦਰਾਂ ਵਿੱਚ ਹੈ। ਮੈਨੂੰ ਹਾਸਾ ਆ ਰਿਹਾ ਇਸ ਗੱਲ ਦੇ ਉੱਤੇ ਜਿਹੜੀ ਉਹਨਾਂ ਨੇ ਗੱਲ ਕਹੀ ਆ। ਮੈਨੂੰ ਯਾਨੀ ਕਿ ਇਸ ਤਰ੍ਹਾਂ ਲੱਗਦਾ ਕਿ ਜਦੋਂ ਕਿਤੇ ਖਹਿਰਾ ਗਿਆ ਹੋਊਗਾ ਕਿਸੇ ਬੁੱਧ ਵਿਹਾਰ ਦੇ ਵਿੱਚ, ਉਹਨੇ ਮੇਰਾ ਖਿਆਲ ਪੈਗ ਪੁੱਗ ਲਗਾਇਆ ਹੋਣਾ, ਤਾਂ ਕਰਕੇ ਉਹ ਜਿਹੜੀਆਂ ਬੁੱਧ ਦੀਆਂ ਮੂਰਤੀਆਂ ਜਿਨ੍ਹਾਂ ਨੂੰ ਇੱਕ ਸੁਨਹਿਰੀ ਮਤਲਬ ਕਲਰ ਉੱਤੇ ਵਿਛਾਇਆ ਹੁੰਦਾ, ਉਹਨੂੰ ਉਹ ਸੋਨੇ ਦੀਆਂ ਨਜ਼ਰ ਆਉਣ ਲੱਗ ਪਈਆਂ। ਇਸ ਕਰਕੇ ਉਹ ਕਹਿ ਰਿਹਾ। ਮੈਂ ਸ਼ਰਾਬ ਦਾ ਜ਼ਿਕਰ ਇਸ ਕਰਕੇ ਵੀ ਕੀਤਾ ਕਿਉਂਕਿ ਮੈਂ ਇਹ ਹਾਸੇ ਲਈ ਨਹੀਂ ਕਹਿ ਰਿਹਾ। ਅਸਲ ਵਿੱਚ ਜੇ ਫੇਸਬੁੱਕ ਦੇਖੋ ਖਹਿਰੇ ਦੀ, ਉਹ ਸ਼ਰਾਬ ਦੇ ਫੇਵਰ ਦੀ ਗੱਲਬਾਤ ਕਰ ਰਿਹਾ ਆ। ਉਹ ਕਹਿ ਰਿਹਾ ਕਿ ਵੀ ਅੱਜ ਮੇਰਾ ਜਿਹੜਾ ਮਨ ਕਰ ਰਿਹਾ ਸ਼ਰਾਬ ਵਗੈਰਾ ਪੀਣ ਨੂੰ, ਤੇ ਇਸ ਤਰ੍ਹਾਂ ਦਾਰੂ ਪੀਣ ਨੂੰ ਅੱਜ ਮੇਰਾ ਜਿਹੜਾ ਮਨ ਆ ਉਹ ਕਰ ਰਿਹਾ ਆ। ਤੇ ਬਕਾਇਦਾ ਯਾਨੀ ਕਿ ਕਹਿੰਦਾ ਮਤਲਬ ਇੱਕ ਦੋ ਵੀਡੀਓ ਵੀ ਪਾਈਆਂ ਉਹਨੇ ਹੱਥਾਂ ਦੇ ਵਿੱਚ ਗਲਾਸੀਆਂ ਲੈ ਕੇ, ਉਹ ਤੁਸੀਂ ਦੇਖ ਸਕਦੇ ਆ। ਬਾਕੀ ਇਹ ਆ ਕਿ ਦੇਖੋ ਜਿਹੜੀਆਂ ਹੈਗੀਆਂ, ਜਿਹੜੀ ਆਪਾਂ ਗੱਲ ਕਰਦੇ ਆ ਨਾ, ਜਦੋਂ ਹੁਣ ਆਪਾਂ ਮੰਨ ਲਓ ਕਹਿੰਦੇ ਮਤਲਬ ਕਿ ਵੀ ਸਭ ਤੋਂ ਵੱਧ ਜਿਹੜਾ ਸੋਨਾ ਹੈਗਾ ਬੁੱਧ ਦੇ ਮੰਦਰਾਂ ਵਿੱਚ ਆ। ਦੇਖੋ ਸ਼ਾਇਦ ਜਿਹੜਾ ਹੈਗਾ ਮਤਲਬ ਮੈਂ ਇੱਥੇ ਇਹ ਦੱਸਣਾ ਚਾਹੁੰਦਾ ਕਿ ਬਈ ਇੱਥੇ ਮੈਂ ਇਹ ਗੱਲ ਕਰਨਾ ਚਾਹੁੰਦਾ ਕਿ ਵੀ ਜਿਹੜਾ ਮੰਨ ਲਓ ਖਹਿਰਾ ਹੈ ਨਾ, ਇਹਨੇ ਮੰਨ ਲਓ ਜਿਹੜਾ ਦੂਸਰਾ ਹੈਗਾ ਹਿੰਦੂ ਮੰਦਰਾਂ ਵੱਲ ਜਾ ਕੇ ਇਹਨੇ ਝਾਤ ਮਾਰਨ ਦੀ ਕੋਈ ਮੰਨ ਲਓ ਕੋਸ਼ਿਸ਼ ਹੀ ਨਹੀਂ ਕੀਤੀ। ਜੇਕਰ ਇਹ ਕੋਸ਼ਿਸ਼ ਕਰਦਾ ਤੇ ਮੰਨ ਲਓ ਇਹ ਦੇਖ ਪਾਉਂਦਾ ਕਿ ਵੀ ਇਸ ਟਾਈਮ ਭਾਰਤ ਦਾ ਜਿਹੜਾ ਇੱਕ ਤਿਰੂਪਤੀ ਬਾਲਾ ਜੀ ਮੰਦਿਰ ਆ, ਉਹ ਤਿਰੂਪਤੀ ਮੰਦਿਰ ਜਿਹੜਾ ਹੈਗਾ ਉਹਦੇ ਤਕਰੀਬਨ 21,000 ਕਰਮਚਾਰੀ ਆ। ਗੱਲ ਨੋਟ ਕਰਨੇ ਵਾਲੀ ਆ।
ਤਿਰੂਪਤੀ ਮੰਦਿਰ ਆ, ਤਿਰੂਪਤੀ ਬਾਲਾ ਜੀ ਮੰਦਿਰ ਆ, 21,000 ਉਹਦੇ ਕਰਮਚਾਰੀ ਆ, ਮਹੀਨੇ ਦੀ ਉਹਨਾਂ ਦੀ ਸੈਲਰੀ ਜਿਹੜੀ ਆ ਕੋਈ ਜਾਣੀ ਕਿ 120 ਕਰੋੜ ਰੁਪਏ ਦੇ ਕਰੀਬ ਉਹਨਾਂ ਦੀ ਮਹੀਨੇ ਦੀ ਸੈਲਰੀ ਆ। ਤੇ ਉਹ ਮੰਦਿਰ ਦਾ ਜਿਹੜਾ ਮੰਦਿਰ ਦੇ ਪ੍ਰਸ਼ਾਸਨ ਦੇ ਕੋਲ ਜਿਹੜਾ ਹੈਗਾ ਨਾ 1400 ਕਰੋੜ ਦੀ FD ਆ, 1400 ਕਰੋੜ ਦੀ, ਤੇ ਤਕਰੀਬਨ 8 ਟਨ ਸੋਨਾ ਉਸ ਮੰਦਿਰ ਦੇ ਕੋਲ, ਤਕਰੀਬਨ 8 ਟਨ ਸੋਨਾ ਉਸ ਮੰਦਿਰ ਦੇ ਕੋਲ ਪਿਆ ਆ। ਤੇ ਹੁਣ ਇਹ ਦੱਸੋ ਕਿ ਲੈ ਵੀ ਮੈਨੂੰ ਖੈਰਾ ਇੱਕ ਬੁੱਧ ਵਿਹਾਰ ਦਾ 10 ਰੁਪਏ ਕਿ ਉਹ ਇੰਨਾ ਦਾ ਕੀ, ਮੈਂ ਕਹਿੰਦਾ ਕਿ ਵੀ ਇਹ ਤੋਂ 100 ਗੁਣਾ ਕਿਸੇ ਤੋਂ ਘੱਟ ਵੀ 10 ਰੁਪਏ ਨਾ, ਤੇ ਮੈਂ ਉਹਦੀ ਗੱਲ ਨੂੰ ਮੰਨਣ ਨੂੰ ਤਿਆਰ ਹੈ ਕਿ ਵੀ ਬੋਧੀਆਂ ਦੇ ਕੋਲ ਜਿਹੜਾ ਹੈਗਾ ਬਹੁਤ ਸਾਰਾ ਸੋਨਾ ਵਗੈਰਾ ਪਿਆ। ਇੱਥੇ ਮੈਂ ਇੱਕ ਗੱਲ ਇਹ ਵੀ ਕਰਨਾ ਚਾਹੁੰਦਾ, ਜਿਹੜੀ ਮੈਂ ਗੱਲ ਕੀਤੀ ਕਿ ਵੀ ਸ਼ਾਇਦ ਇਹਨੂੰ ਸ਼ਰਾਬ ਦੇ ਨਸ਼ੇ ਦੇ ਵਿੱਚ ਮੰਨ ਲਓ ਸਾਰਾ ਕੁਝ ਦਿਸ ਪਿਆ ਹੋਵੇਗਾ, ਉਹ ਮੈਂ ਇਸ ਕਰਕੇ ਵੀ ਇੱਥੇ ਜ਼ਿਕਰ ਵਗੈਰਾ ਕਰ ਰਿਹਾ ਕਿਉਂਕਿ ਅਸਲ ਵਿੱਚ ਇਹ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਗੁਰੂ ਰਵਿਦਾਸ ਜੀ ਦਾ ਭਗਤ ਮੰਨ ਲਓ ਖਵਾਉਣਾ ਚਾਹੁੰਦਾ, ਪਰ ਕਿਸੇ ਦੇ ਅੱਗੇ ਯਾਨੀ ਕਿ ਫੋਟੋ ਦੇ ਅੱਗੇ ਨਤਮਸਤਕ ਹੋ ਜਾਣਾ ਉਹ ਅਲੱਗ ਗੱਲ ਹੁੰਦੀ ਆ, ਕਿਸੇ ਦੇ ਵਿਚਾਰਧਾਰਾ ਦੇ ਉੱਤੇ ਚੱਲਣਾ ਇਹ ਬਹੁਤ ਵੱਡੀ ਗੱਲ ਹੁੰਦੀ ਆ। ਜੇ ਖੈਰਾ ਵਾਕਈ ਮੰਨ ਲਓ ਗੁਰੂ ਰਵਿਦਾਸ ਦੀ ਵਿਚਾਰਧਾਰਾ ਨੂੰ ਫੋਲੋ ਕਰਦਾ ਤਾਂ ਸ਼ਰਾਬ ਨੂੰ ਕਦੇ ਹੱਥ ਨਾ ਲਾਉਂਦਾ, ਕਿਉਂਕਿ ਗੁਰੂ ਰਵਿਦਾਸ ਜੀ ਦਾ ਇੱਕ ਸ਼ਲੋਕ ਹੈ, ਉਹਦੇ ਵਿੱਚ ਉਹ ਜ਼ਿਕਰ ਕਰਦੇ ਆ ਕਿ ਜੇਕਰ ਸ਼ਰਾਬ ਜਿਹੜੀ ਆ ਉਹ ਗੰਗਾ ਜਲ ਦੇ ਨਾਲ ਵੀ ਬਣੀ ਹੋਈ ਆ, ਇਨਸਾਨ ਨੂੰ ਨਹੀਂ ਪੀਣੀ ਚਾਹੀਦੀ। ਤੇ ਇਹ ਕਹਿ ਰਹੇ ਆ ਕਿ ਲੈ ਬੇਟਾ ਵੀ ਮੈਨੂੰ ਯਾਨੀ ਕਿ ਸ਼ਰਾਬ ਜਿਹੜੀ ਆ ਅੱਜ ਪੀਣ ਨੂੰ ਮੇਰਾ ਮਨ ਕਰ ਰਿਹਾ ਆ। ਹੁਣ ਅੱਗੇ ਵਧਦੇ ਆ, ਅੱਗੇ ਇਹ ਆ ਕਿ ਵੀ ਹਿੰਦੂ ਧਰਮ ਅੱਗੇ ਸਵਾਲ ਕਰ ਰਿਹਾ ਵੀ ਹਿੰਦੂ ਧਰਮ ਨੇ ਬੁੱਧ ਦੀਆਂ ਮੂਰਤੀਆਂ ਦੇਖ ਕੇ ਹਿੰਦੂ ਦੇਵਤਿਆਂ ਦੀਆਂ ਮੂਰਤੀਆਂ ਬਣਾਈਆਂ। ਚਲੋ ਇਹ ਮੈਂ ਸਮਝਦਾ ਕਿ ਵੀ ਠੀਕ ਹੈ, ਗੱਲ ਕੁਛ ਹੱਦ ਤੱਕ ਠੀਕ ਹੋ ਸਕਦੀ ਆ, ਪਰ ਇਹਦੇ ਨਾਲ ਮਤਲਬ ਬੁੱਧਿਜ਼ਮ ਦੇ ਜਿਹੜਾ ਹੈਗਾ ਆ ਪ੍ਰਮਾਣਿਕਤਾ, ਬੁੱਧਿਜ਼ਮ ਦਾ ਜਿਹੜੇ ਮਤਲਬ ਏਮਸ ਆ ਉਹਨਾਂ ਦੇ ਉੱਤੇ ਕੀ ਅਸਰ ਪੈਂਦਾ ਇਸ ਗੱਲ ਦਾ, ਠੀਕ ਹੈ। ਜੇਕਰ ਕਿਸੇ ਨੇ ਮੰਨ ਲਓ ਬਾਹਰ ਵਿੱਚ ਬੁੱਧਿਜ਼ਮ ਬੜੀ ਦੂਰੀ ਤੱਕ ਫੈਲਿਆ, ਹਿੰਦੂਆਂ ਨੇ ਵੀ ਮੁੜ ਕੇ ਮੰਨ ਲਓ ਉਹਦੀ ਨਕਲ ਕਰਨੀ ਸ਼ੁਰੂ ਕਰ ਦਿੱਤੀ, ਤੇ ਵਿੱਚ ਮੰਨ ਲਓ ਬੁੱਧਿਜ਼ਮ ਦੇ ਉੱਤੇ ਕੀ ਜਾਣੀ ਕਿ ਉਂਗਲੀ ਉੱਠਦੀ, ਕੁਛ ਵੀ ਨਹੀਂ ਮੇਰੇ ਹਿਸਾਬ ਨਾਲ ਉੱਠਦੀ। ਦੂਸਰਾ ਇੱਕ ਕੁਐਸਚਨ ਕਰਦਾ, ਦੂਜੇ ਧਰਮਾਂ ਉੱਤੇ ਸਭ ਤੋਂ ਵੱਧ ਉਂਗਲੀ ਜਿਹੜੀ ਆ ਬੋਧੀ ਚੱਕਦੇ ਹਨ। ਪਹਿਲੀ ਗੱਲ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਆ, ਦੇਖੋ ਇੱਕ ਸ਼ਬਦ ਹੁੰਦਾ ਵਿਰੋਧ ਅਤੇ ਇੱਕ ਹੁੰਦਾ ਆਲੋਚਨਾ। ਵਿਰੋਧ ਦਾ ਮਤਲਬ ਹੁੰਦਾ ਵੀ ਅਸੀਂ ਕਿਸੇ ਗੱਲ ਨੂੰ ਟੋਟਲੀ ਕੱਟ ਦੇਣਾ, ਆਲੋਚਨਾ ਦਾ ਮਤਲਬ ਹੁੰਦਾ ਵੀ ਅਸੀਂ ਕਿਸੇ ਗੱਲ ਦੇ ਮਤਲਬ ਆਲੋਚਨਾ ਕਰਦੇ ਕਿ ਵੀ ਉਹਨੂੰ ਦੱਸ ਰਹੇ ਵੀ ਤੁਹਾਡੇ ਵਿੱਚ ਆਹ ਕੁਝ ਕਮੀ ਹੈ, ਇਹਦੇ ਵਿੱਚ ਆਹ ਸੁਧਾਰ ਵਗੈਰਾ ਕੀਤਾ ਜਾ ਸਕਦਾ ਆ ਇਸ ਮੁਤਾਬਕ। ਤੇ ਦੂਸਰਾ ਇੱਥੇ ਇੱਕ ਗੱਲ ਇਹ ਵੀ ਆ ਜਾਂਦੀ ਆ, ਦੇਖੋ ਜਿਨ੍ਹਾਂ ਧਰਮਾਂ ਦੀ ਜਾਣੀ ਕਿ ਕਹਿੰਦਾ ਮਤਲਬ ਸਮਾਜ ਨੂੰ ਕੁਝ ਦੇਣ ਆ, ਜਿਨ੍ਹਾਂ ਧਰਮਾਂ ਦੀ ਸਮਾਜ ਨੂੰ ਕੁਝ ਦੇਣ ਆ, ਪਰ ਉਹਨਾਂ ਦੇ ਵਿੱਚ ਕੁਝ ਅੰਧ ਵਿਸ਼ਵਾਸ, ਭੇਦਭਾਵ ਜਾਂ ਇਦਾਂ ਦਾ ਕੁਝ ਹੋਰ ਨਾਰੀ ਨਿੰਦਾ ਵਗੈਰਾ ਹੈਗਾ ਆ। ਤੇ ਜੇਕਰ ਬੁੱਧਿਸਟ ਲੋਕ ਉਹ ਖਤਮ ਕਰਨੇ ਦੇ ਲਈ ਕੋਈ ਉਂਗਲੀ, ਕੋਈ ਟਿੱਕਾ ਟਿੱਪਣੀ ਕਰਦੇ ਆ, ਤੇ ਇਹਦੇ ਵਿੱਚ ਕੀ ਕਿਸੇ ਨੂੰ ਇਤਰਾਜ਼ ਹੋ ਸਕਦਾ? ਕਿਉਂਕਿ ਦੇਖੋ ਇੱਕ ਮਹਾਨ ਫਿਲਾਸਫਰ ਹੋਇਆ ਦੁਨੀਆ ਦਾ, ਉਹ ਹੋਇਆ ਆਪਣੇ ਮਾਰਟਨ ਲੂਥਰ ਕਿੰਗ। ਮਾਰਟਨ ਲੂਥਰ ਕਿੰਗ ਕੀ ਲਿਖਦਾ, ਉਹ ਕਹਿੰਦਾ ਕਿਤੇ ਵੀ ਹੋਣ ਵਾਲਾ ਅਨਿਆਏ, ਕਿਤੇ ਵੀ ਹੋਣ ਵਾਲਾ ਅਨਿਆਏ ਜਾਣੀ ਕਿ ਇਨਜਸਟਿਸ, ਕਿਤੇ ਵੀ ਹੋਣ ਵਾਲਾ ਇਨਜਸਟਿਸ ਜਿਹੜਾ ਆ ਉਹ ਹਰ ਜਗ੍ਹਾ ਹੋਣ ਵਾਲੇ ਜਸਟਿਸ ਦੇ ਲਈ ਬਹੁਤ ਵੱਡਾ ਖਤਰਾ ਹੁੰਦਾ ਆ। ਤੇ ਤੁਸੀਂ ਕਹਿ ਰਹੇ ਆ ਕਿ ਲੈ ਵੀ ਠੀਕ ਆ, ਸਿਰਫ ਅਸੀਂ ਮੰਨ ਲਓ ਇੱਕ ਚੀਜ਼ ਨੂੰ ਅਸੀਂ ਆਪਣੇ ਘਰ ਨੂੰ ਸ਼ੁੱਧ ਕਰ ਲਈਏ, ਦੂਸਰੇ ਦਾ ਜਿਹੜਾ ਹੈਗਾ ਘਰ ਉਹ ਜੇ ਮੰਨ ਲਓ ਕਹਿੰਦਾ ਮਤਲਬ ਗਲਤ ਵੀ ਆ ਤੇ ਉਹਨੂੰ ਉਦਾਂ ਹੀ ਚੱਲਣ ਦਈਏ, ਉਹ ਜਿਹੜਾ ਦੂਸਰੇ ਘਰ ਦੀ ਗੰਦਗੀ ਉਹ ਤੁਹਾਡੇ ਘਰ ਦੇ ਵਿੱਚ ਵੀ ਆ ਸਕਦੀ ਆ। ਇਸ ਕਰਕੇ ਮੰਨ ਲਓ ਕਹਿੰਦਾ ਮਤਲਬ ਬੁੱਧਿਸਟ ਲੋਕ ਜਿਹੜੇ ਆ ਕੁਝ ਕਮੀਆਂ ਪੇਸ਼ੀਆਂ ਜਿਹੜੀਆਂ ਹੋਰ ਲੋਕਾਂ ਦੇ ਵਿੱਚ ਹੈਗੀਆਂ ਉਹ ਕਰਦੇ ਆ, ਨਾ ਕਿ ਬੁੱਧਿਸਟ ਬਲਕਿ ਜਿਹੜੇ ਤਰਕਸ਼ੀਲ ਲੋਕ ਆ, ਜਿਹੜੇ ਕਿਸੇ ਧਰਮ ਨੂੰ ਨਹੀਂ ਮੰਨ ਲਓ ਫੋਲੋ ਕਰਦੇ, ਅਜਿਹੇ ਵੀ ਲੋਕ ਹੈਗੇ ਜਿਹੜੇ ਟਿੱਕਾ ਟਿੱਪਣੀ ਕਰਦੇ ਆ। ਤੇ ਤੀਸਰੀ ਗੱਲ ਇੱਥੇ ਜਿਹੜੀ ਆ ਜਾਂਦੀ ਹੈ, ਦੇਖੋ ਬੋਧੀ ਲੋਕ ਜਿਹੜੇ ਆ ਸਿਰਫ ਮੰਨ ਲਓ ਕਹਿੰਦੇ ਮਤਲਬ ਦੂਜਿਆਂ ਦੇ ਧਰਮਾਂ ਦੇ ਉੱਤੇ ਨਹੀਂ ਟਿੱਕਾ ਟਿੱਪਣੀ ਕਰਦੇ, ਉਹ ਜਾਣੀ ਕਿ ਇਹ ਆ ਕਿ ਵੀ ਜੋ ਮਿਲਾਵਟ ਬੁੱਧਿਜ਼ਮ ਦੇ ਵਿੱਚ ਬ੍ਰਾਹਮਣਿਜ਼ਮ ਨੇ ਕੀਤੀ ਆ ਬਾਹਰ ਵਿੱਚੋਂ, ਉਸ ਉੱਤੇ ਵੀ ਉਹ ਟਿੱਕਾ ਟਿੱਪਣੀ ਕਰਦੇ ਆ, ਉਸ ਉੱਤੇ ਵੀ ਉਂਗਲੀ ਉਠਾਉਂਦੇ ਆ, ਕਿਉਂਕਿ ਜਿਹੜੀ ਸਫਾਈ ਹੁੰਦੀ ਉਹ ਹਮੇਸ਼ਾ ਆਪਣੇ ਘਰੋਂ ਹੀ ਕੀਤੀ ਜਾਣੀ ਚਾਹੀਦੀ ਆ, ਉਹੀ ਠੀਕ ਰਹਿੰਦੀ ਆ। ਅੱਗੇ ਇਹ ਸਵਾਲ ਕਰਦਾ ਕਿ ਵੀ ਬੁੱਧ ਨੇ ਪਹਿਲਾਂ 4 ਚੈਪਟਰ ਪੜ੍ਹ ਕੇ ਲਿਖਾਓ, ਦੱਸ ਦਿਓ ਕੀ ਆ। ਮੈਨੂੰ ਇਹ ਸਮਝ ਨਹੀਂ ਆਇਆ ਵੀ ਇਹ ਕਿਹੜੇ 4 ਚੈਪਟਰਾਂ ਦੀ ਗੱਲ ਕਰ ਰਿਹਾ, ਕਲੀਅਰ ਕਰ ਦੇਵੇ ਤੇ ਮੈਂ 4 ਚੈਪਟਰ ਕੀ ਸਾਰਾ ਬੁੱਧ ਸਾਹਿਤ ਜਿੱਥੇ ਤੱਕ ਮੈਨੂੰ ਗਿਆਨ ਹੈਗਾ ਮੈਂ ਦੱਸ ਸਕਦਾ, ਪੜ੍ਹਿਆ ਜਿੱਥੇ ਤੱਕ ਮੈਂ। ਦੂਸਰਾ ਇਹ ਕੁਐਸਚਨ ਕਰਦਾ ਵੀ ਜਦੋਂ ਬੋਧੀਆਂ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਧਰਮ ਨਹੀਂ ਧੰਮ ਹੈ, ਅਤੇ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਉਹ ਕਹਿਣਗੇ ਕਿ ਬਾਬਾ ਸਾਹਿਬ ਨੇ ਹਿੰਦੂ ਧਰਮ ਛੱਡ ਕੇ ਬੁੱਧ ਧਰਮ ਅਪਣਾਇਆ, ਉਦੋਂ ਸ਼ਰੇਆਮ ਬੁੱਧ ਧਰਮ ਲਿਖਦੇ ਹਨ। ਦੇਖੋ ਪਹਿਲੀ ਤਾਂ ਗੱਲ ਆ ਧਰਮ ਨਹੀਂਗਾ, ਧੰਮ ਆ, ਇਹ ਗੱਲ ਕਲੀਅਰ ਹੈ ਕਿ ਵੀ ਧਰਮ ਨਹੀਂਗਾ, ਬੁੱਧ ਦਾ ਧਰਮ ਨਹੀਂ, ਉਹਨਾਂ ਨੇ ਧੰਮ ਹੀ ਕਿਹਾ ਆ। ਤੇ ਦੇਖੋ ਧਰਮ ਅਤੇ ਧੰਮ ਦੇ ਵਿੱਚ ਮੰਨ ਲਓ ਕਹਿੰਦਾ ਮਤਲਬ ਕੀ ਅੰਤਰ ਹੁੰਦਾ, ਕੀ ਨਹੀਂ ਅੰਤਰ ਹੁੰਦਾ। ਖੈਰ ਇਹਨੂੰ ਚਾਹੀਦਾ ਕਿ ਵੀ ਇਹ ਬੁੱਧ ਐਂਡ ਧੰਮਾ ਜਿਹੜੀ ਬਾਬਾ ਸਾਹਿਬ ਦਾ ਲਿਖਿਆ ਹੋਇਆ ਗ੍ਰੰਥ ਆ ਉਹਨੂੰ ਪੜ੍ਹੇ, ਉਹਦੇ ਵਿੱਚੋਂ ਮੰਨ ਲਓ ਕਹਿੰਦਾ ਮਤਲਬ ਇਹ ਸਾਰਾ ਕੁਝ ਮਤਲਬ ਮਿਲ ਜਾਏਗਾ। ਬਾਕੀ ਇਹ ਆ ਕਿ ਦੇਖੋ ਜਿਹੜੇ ਧਰਮ ਸ਼ਬਦ ਇਸਤੇਮਾਲ ਕਰ ਦਿੰਦੇ ਆ ਅੰਬੇਡਕਰ ਰਾਈਟ ਜਾਂ ਬੁੱਧਿਸਟ ਲੋਕ, ਉਹ ਇਸ ਕਰਕੇ ਕਰ ਦਿੰਦੇ ਆ ਕਿ ਬਈ ਬਹੁਤ ਸਾਰੇ ਖਹਿਰੇ ਵਰਗੇ ਬੇਵਕੂਫ ਲੋਕ ਆ ਜਿਨ੍ਹਾਂ ਨੂੰ ਮੰਨ ਲਓ ਧੰਮ ਸ਼ਬਦ ਦੀ ਸਮਝ ਨਹੀਂ ਆਉਂਦੀ
ਆਉਂਦੀ ਵੀ ਧੰਮ ਅਸਲ ਵਿੱਚ ਇਹ ਨਵੀਂ ਚੀਜ਼ ਕਿਹੜੀ ਆ ਗਈ ਆ, ਤਾਂ ਕਰਕੇ ਉਹਨਾਂ ਨੂੰ ਸਮਝ ਨਹੀਂ ਹੁੰਦੀ। ਉਹਨਾਂ ਨੂੰ ਸਮਝਾਉਣ ਦੇ ਲਈ ਉਹ ਸਰਲਤਾ ਦੇ ਲਈ ਤੌਰ ਤੇ ਧਰਮ ਸ਼ਬਦ ਜਿਹੜਾ ਇਸਤੇਮਾਲ ਕਰਦੇ ਆ। ਬਾਕੀ ਮੈਂ ਦੱਸਿਆ ਵੀ ਬਾਬਾ ਸਾਹਿਬ ਨੂੰ ਪੜ੍ਹ ਸਕਦਾ, ਪੜ੍ਹ ਕੇ ਉਹਦੇ ਵਿੱਚ ਬਾਬਾ ਸਾਹਿਬ ਤੋਂ ਪੜ੍ਹੇਗਾ ਤੇ ਉਹਦੇ ਵਿੱਚ ਜ਼ਰੂਰ ਅਕਲ ਦੀ ਗੱਲ ਵਗੈਰਾ ਉਹਦੇ ਵਿੱਚ ਮਿਲ ਜੂਗੀ। ਉਹਦੇ ਵਿੱਚ ਬਾਬਾ ਸਾਹਿਬ ਨੇ ਚੈਪਟਰ ਦਿੱਤਾ ਧੰਮ ਕੀ ਹੁੰਦਾ, ਧਰਮ ਕੀ ਹੁੰਦਾ, ਤੇ ਮੰਨ ਲਓ ਸੁਧਰਮ ਕੀ ਹੁੰਦਾ, ਅਧਰਮ ਕੀ ਹੁੰਦਾ, ਇਹ ਪੜ੍ਹ ਸਕਦਾ। ਇਸੇ ਤਰ੍ਹਾਂ ਅੱਗੇ ਕੁਐਸਚਨ ਕਰਦਾ ਸਭ ਤੋਂ ਵੱਧ ਕਾਣਾ ਜਿਹੜਾ ਧਰਮ ਆ ਬੁੱਧ ਧਰਮ ਆ। ਪਹਿਲੀ ਗੱਲ ਦੇਖੋ ਇਹ ਵੀ ਮੈਨੂੰ ਗੱਲ ਜਿਹੜੀ ਆ ਕੁਛ ਮੰਨ ਲਓ ਕਹਿੰਦਾ ਮਤਲਬ ਕਲੀਅਰ ਨਹੀਂ ਇਹਨੇ ਕੀਤੀ ਹੈਗੀ ਵੀ ਇਹ ਕਿਸ ਆਧਾਰ ਦੇ ਉੱਤੇ ਕਹਿ ਰਿਹਾ ਕਿ ਵੀ ਜਿਹੜਾ ਬੁੱਧਿਜ਼ਮ ਹੈ ਇਹ ਕਾਣਾ ਧਰਮ ਆ। ਜੇਕਰ ਇਹ ਕੋਈ ਆਧਾਰ ਦੱਸ ਰਿਹਾ ਤੇ ਮੈਂ ਇਹਨੂੰ ਉਸ ਆਧਾਰ ਦਾ ਜਵਾਬ ਵਗੈਰਾ ਦਿੰਦਾ। ਹੁਣ ਮੈਨੂੰ ਕੀ ਪਤਾ ਨਹੀਂ ਲੱਗ ਰਿਹਾ ਕਿ ਵੀ ਇਹ ਕੀ ਮੰਨ ਲਓ ਕਿਸ ਆਧਾਰ ਤੇ ਗੱਲ ਕਹਿ ਰਿਹਾ। ਇਹ ਆਧਾਰ ਕਲੀਅਰ ਕਰੇ ਇਹਨੂੰ ਮੈਂ ਮੂੰਹ ਤੋੜ ਮੈਂ ਉਹਦਾ ਵੀ ਜਵਾਬ ਦੇ ਦੂੰਗਾ। ਦੂਸਰਾ ਆ ਕਿ ਦੂਸਰੀ ਗੱਲ ਜਿਹੜੀ ਹੈਗੀ ਆ ਮੈਂ ਇਹ ਕਹਿਣਾ ਚਾਹੁੰਦਾ ਵੀ ਦੂਸਰੀ ਗੱਲ ਜਿਹੜੀ ਆ ਮੈਂ ਇੱਥੇ ਰੱਖਣਾ ਚਾਹੁੰਦਾ ਕਿ ਭਾਈ ਦੇਖੋ ਜਿਹੜਾ ਇਹ ਕਹਿ ਰਹੇ ਵੀ ਸਭ ਤੋਂ ਜਿਹੜਾ ਵੱਧ ਕਾਣਾ ਧਰਮ ਆ ਉਹ ਬੁੱਧ ਧਰਮ ਆ। ਤੇ ਮੈਂ ਇੱਥੇ ਗੱਲ ਕਰਨਾ ਚਾਹੁੰਦਾ ਕਿ ਵੀ ਭਾਈ ਤੂੰ ਇਕੱਲਾ ਨਹੀਂਗਾ, ਜਿਹੜੀ ਅਕਲ ਜਿਹੜੀ ਆ ਉਹ ਘਾਹ ਚਰਨ ਗਈ ਆ। ਦੇਖੋ ਜੋ ਆਪਣੇ ਹੀ ਪੂਰਵਜਾਂ ਦੇ ਜਿਹੜਾ ਧੰਮ ਆ ਜਿਹੜਾ ਜਿਨ੍ਹਾਂ ਦੇ ਪੂਰਵਜਾਂ ਦਾ ਉਹ ਉਹਨੂੰ ਹੀ ਕਾਣਾ ਕਵੇ ਤੇ ਉਹਦੀ ਅਕਲ ਘਾਹ ਨਹੀਂ ਚਰਨ ਗਈ ਤੇ ਉਹ ਹੋਰ ਕਿੱਥੇ ਜਾ ਸਕਦੀ ਆ। ਉਹ ਕਿਸ ਤਰ੍ਹਾਂ ਮੈਂ ਦੇਖੋ ਇਹ ਮੈਂ ਸਾਬਿਤ ਕਰਦਾ। ਭਾਰਤ ਦੀਆਂ ਜੇਕਰ ਆਪਾਂ ਮੰਨ ਲਓ ਕਹਿੰਦਾ ਮਤਲਬ ਜਿੰਨੀਆਂ ਵੀ SC ST ਜਾਤਾਂ ਵਗੈਰਾ ਹੈਗੀਆਂ ਜਿਨ੍ਹਾਂ ਦੇ ਕੁਛ ਜਾਣੀ ਕਿ ਕਹਿੰਦਾ ਮਤਲਬ ਆਪਣੇ ਜਾਣੀ ਕਿ ਜਾਤੀ ਤੌਰ ਤੇ ਉਹਨਾਂ ਦੇ ਮੰਨ ਲਓ ਕਹਿੰਦਾ ਮਤਲਬ ਜਿਹਨਾਂ ਦੇ ਪ੍ਰਤੀ ਉਹ ਆਸਥਾ ਵਗੈਰਾ ਰੱਖਦੇ ਸ਼ਰਧਾ ਰੱਖਦੇ ਆ। ਤੇ ਜਦੋਂ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰੀਏ ਤਾਂ ਉਹ ਕਹਿੰਦੇ ਵੀ ਇਹ ਸਾਡੇ ਪਿਤਾ ਦੇ ਸਮਾਨ ਆ। ਜਾਨੀ ਜਿਹੜੇ ਉਹ ਜਾਤ ਦੇ ਮਤਲਬ ਆਸਥਾ ਵਗੈਰਾ ਜਿਹੜੀ ਰੱਖਦੇ ਆ ਜਿਨ੍ਹਾਂ ਦੇ ਪ੍ਰਤੀ ਉਹ ਰੱਖਦੇ ਆ ਉਹ ਕਹਿੰਦੇ ਵੀ ਇਹ ਸਾਡੇ ਜਿਹੜੇ ਜਾਤਿਕ ਤੌਰ ਤੇ ਸਾਡੇ ਗੁਰੂ ਪੀਰ ਪੈਗੰਬਰ ਸਾਧੂ ਸੰਤ ਹੈਗੇ ਸਾਡੇ ਪਿਤਾ ਦੇ ਸਮਾਨ ਆ। ਪਹਿਲੀ ਤਾਂ ਗੱਲ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਵੀ ਜਾਤ ਜਿਹੜੀ ਆ ਇਹ ਉਹਨਾਂ ਨੇ ਪੈਦਾ ਨਹੀਂ ਕੀਤੀ, ਇਹ ਉਹਨਾਂ ਨੇ ਨਹੀਂ ਲਿਆਂਦੀ। ਜਾਤ ਉਹਨਾਂ ਤੋਂ ਪਹਿਲਾਂ ਦੀ ਸੀਗੀ ਚੱਲਦੀ ਆ ਰਹੀ। ਜੇ ਤਾਂ ਆਪਾਂ ਤਾਂ ਇਹ ਜਾਤ ਦੇ ਵਿੱਚ ਕੱਟੜਤਾ ਰੱਖ ਸਕਦੇ ਆ ਕਿ ਜੇਕਰ ਉਹਨਾਂ ਨੇ ਕਿਹਾ ਹੋਵੇ ਕਿ ਵੀ ਹਾਂ ਵੀ ਠੀਕ ਹੈ ਜਾਤ ਮੈਂ ਲਿਆਂਦੀ ਆ ਤੇ ਇਹਦੇ ਵਿੱਚ ਤੁਸੀਂ ਜਾਣੀ ਕਿ ਇਹਨੂੰ ਫੋਲੋ ਕਰਨਾ ਤੇ ਕਰੋ, ਇਹਦੇ ਮੁਤਾਬਕ ਚੱਲੋ। ਜਾਤ ਉਹਨਾਂ ਨੇ ਨਹੀਂ ਲਿਆਂਦੀ, ਜਾਤ ਉਹਨਾਂ ਤੋਂ ਪਹਿਲਾਂ ਦੀ ਚੱਲਦੀ ਆਉਂਦੀ। ਦੂਸਰੀ ਗੱਲ ਇਹ ਆ ਕਿ ਵੀ ਦੇਖੋ ਜਿਹੜੀ ਆਪਾਂ ਕਹਿ ਸਕਦੇ ਆ ਵੀ ਠੀਕ ਆ ਵੀ ਉਹ ਸਾਡੇ ਪਿਤਾ ਦੇ ਸਮਾਨ ਹੈ ਜਾਂ ਜਿੱਦਾਂ ਵੀ ਆ, ਲੇਕਿਨ ਪਿਤਾ ਤੋਂ ਇਲਾਵਾ ਮੰਨ ਲਓ ਜੇ ਆਪਾਂ ਗੱਲ ਕਰੀਏ ਕਿਸੇ ਜਾਤ ਦੇ ਮੰਨ ਲਓ ਕਹਿੰਦੇ ਮਤਲਬ ਜਿਹੜੇ ਜਿਨ੍ਹਾਂ ਨੂੰ ਫੋਲੋ ਕਰਦੇ ਉਹਨਾਂ ਦੀ ਉਮਰ ਕੋਈ 200 ਸਾਲ 400 ਸਾਲ 600 ਸਾਲ 1000 ਸਾਲ ਹੋ ਸਕਦੀ। ਬੁੱਧ ਦਾ ਜਿਹੜਾ ਜਨਮ ਆ ਤਕਰੀਬਨ 2500 ਸਾਲ ਪਹਿਲਾਂ ਹੋਇਆ, 2500 ਸਾਲ ਪਹਿਲਾਂ ਹੋਇਆ ਬੁੱਧਾ ਦਾ ਜਨਮ। ਤੇ ਉਸ ਮੁਤਾਬਕ ਜੇ ਦੇਖਿਆ ਜਾਵੇ ਤਾਂ ਉਹ ਸਾਡੇ ਦਾਦਾ ਲੱਗਦੇ ਆ। ਤੇ ਇਸ ਕਰਕੇ ਇਹ ਆ ਵੀ ਭਾਈ ਦਾਦੇ ਨੂੰ ਵੀ ਯਾਦ ਕਰਨਾ ਚਾਹੀਦਾ ਜਿਹੜੀ ਉਹਦੀ ਫਿਲਾਸਫੀ ਵਗੈਰਾ ਰਹੀ ਆ ਜਾਂ ਕਿੱਦਾਂ ਰਹੀ ਆ, ਇਸ ਮੁਤਾਬਕ ਉਹਨੂੰ ਵੀ ਯਾਦ ਕਰਦੇ ਰਹਿਣਾ ਚਾਹੀਦਾ। ਉਹ ਇਸ ਕਰਕੇ ਵੀ ਮੈਂ ਕਹਿ ਰਿਹਾ ਕਿਉਂਕਿ ਦੇਖੋ ਬਾਬਾ ਸਾਹਿਬ ਅੰਬੇਡਕਰ ਉਹ ਲਿਖਦੇ ਆ, ਉਹ ਕਹਿੰਦੇ ਆ ਕਿ ਵੀ ਜਿਹੜਾ ਮੰਨ ਲਓ ਹਿੰਦੂ ਧਰਮ ਆ ਇਹ ਸਾਡੇ ਪੂਰਵਜਾਂ ਦਾ ਧਰਮ ਨਹੀਂ, ਇਹ ਸਾਡੇ ਉੱਤੇ ਗੁਲਾਮੀ ਦੇ ਤੌਰ ਦੇ ਉੱਤੇ ਥੋਪਿਆ ਹੋਇਆ ਧਰਮ ਆ। ਤੇ ਹੁਣ ਕਿਦੋਂ ਤੱਕ ਤੁਸੀਂ ਆਪਣੀ ਇਹਨਾਂ ਗੁਲਾਮੀ ਨੂੰ ਆਪਣੇ ਸਿਰ ਦੇ ਉੱਤੇ ਮੰਨ ਲਓ ਲੱਦੀ ਫੇਰਨਾ ਆ ਨਹੀਂ ਫੇਰਨਾ ਇਹ ਤੁਹਾਡੀ ਆਪਣੀ ਇੱਛਾ ਆ। ਤੇ ਪਰ ਮੈਂ ਜਿਹੜੀ ਗੱਲਬਾਤ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਉਹ ਇਹ ਆ ਕਿ ਵੀ ਮੰਨ ਲਓ ਦੇਖੋ ਜੇਕਰ ਮੰਨ ਲਓ ਕਹਿੰਦਾ ਮਤਲਬ ਤੁਹਾਡਾ ਆਪਣਾ ਨਿੱਜੀ ਸਵਾਰਥ ਹੋ ਸਕਦਾ ਆ, ਤੁਹਾਨੂੰ ਲੱਗਦਾ ਕਿ ਵੀ ਬਹੁਤ ਚੰਗਾ ਆ ਇਹ ਮੰਨ ਲਓ ਕਿਸੇ ਜਾਤ ਦੇ ਵਿੱਚ ਬਣੇ ਰਹਿਣਾ ਜਾਂ ਕਿੱਦਾਂ ਨਹੀਂ, ਜਾਂ ਬਾਬਾ ਸਾਹਿਬ ਨੇ ਬਹੁਤ ਵੱਡੀ ਗਲਤੀ ਕੀਤੀ। ਹਾਲਾਂਕਿ ਜਿਹੜਾ ਬਾਬਾ ਸਾਹਿਬ ਅੰਬੇਡਕਰ ਜਿਹਨਾਂ ਨੂੰ ਦੁਨੀਆ ਦੇ 6 ਦਿਮਾਗਾਂ ਚੋਂ ਇੱਕ ਮੰਨਿਆ ਗਿਆ, ਜੇਕਰ ਤੁਸੀਂ ਉਹਨਾਂ ਨੂੰ ਗਲਤ ਸਾਬਿਤ ਕਰਨਾ ਚਾਹੁੰਦੇ ਆ ਤੇ ਭਾਈ ਇਦਾਂ ਹੈ ਕਿ ਦੇਖੋ ਤਰਕ ਦੇ ਆਧਾਰ ਤੇ ਤੁਸੀਂ ਕਿਸੇ ਵੀ ਟਾਈਮ ਲਾਈਵ ਹੋ ਸਕਦੇ ਆ। ਅੱਗੇ ਜਿਹੜੀ ਗੱਲਬਾਤ ਹੈਗੀ ਆ ਦੂਸਰੀ ਅੱਗੇ ਸਵਾਲ ਕਰਦਾ ਜਿੰਨੇ ਵੀ ਅੰਬੇਡਕਰੀ ਹਨ ਉਹ ਨਾਸਤਿਕ ਹਨ, ਫਿਰ ਬੋਧੀ ਲੋਕ ਕਿਵੇਂ ਬਾਬਾ ਸਾਹਿਬ ਨੂੰ ਧਾਰਮਿਕ ਕਹਿ ਸਕਦੇ ਹਨ? ਇਹ ਸਵਾਲ ਅੱਗੇ ਮੰਨ ਲਓ ਖਹਿਰਾ ਜਿਹੜਾ ਆ ਉਹ ਕਰ ਰਿਹਾ ਆ। ਠੀਕ ਹੈ ਜੀ। ਹੁਣ ਦੇਖੋ ਮੈਨੂੰ ਜਾਣੀ ਕਿ ਕਹਿਣ ਦਾ ਮਤਲਬ ਤਰਸ ਆ ਰਿਹਾ ਇਹਦੀ ਸੋਚ ਦੇ ਉੱਤੇ ਕਿ ਵੀ ਮੰਨ ਲਓ ਕਹਿਣ ਦਾ ਮਤਲਬ ਅਕਲ ਦੇ ਉੱਤੇ ਤਰਸ ਇਸ ਕਰਕੇ ਵੀ ਆ ਰਿਹਾ। ਦੇਖੋ ਪਹਿਲੀ ਗੱਲ ਤਾਂ ਇਹ ਵਾਲੀ ਗੱਲਬਾਤ ਆ ਕਿ ਇਹ ਜ਼ਰੂਰੀ ਨਹੀਂ ਕਿ ਵੀ ਕੋਈ ਧਰਮ ਜਿਹੜਾ ਆ ਉਹ ਆਸਤਿਕਤਾ ਮੰਨ ਲਓ ਆਸਤਿਕਤਾ ਨੂੰ ਹੀ ਸਾਰੇ ਧਰਮ ਜਿਹੜੇ ਆ ਮੰਨਦੇ ਹੋਣ। ਜਿਹੜਾ ਬੁੱਧਿਜ਼ਮ ਬਾਬਾ ਸਾਹਿਬ ਅੰਬੇਡਕਰ ਨੇ ਅਪਣਾਇਆ ਉਹਦੀ ਬੁਨਿਆਦ ਜਿਹੜੀ ਸੀ ਉਹ ਨਾਸਤਿਕਤਾ ਦੇ ਉੱਤੇ ਆਧਾਰਿਤ ਸੀਗੀ, ਉਹ ਨਾਸਤਿਕਤਾ ਦੇ ਉੱਤੇ ਆਧਾਰਿਤ ਸੀ। ਬਾਬਾ ਸਾਹਿਬ ਨੇ ਨਾ ਕਿ ਖੁਦ ਬੁੱਧਿਜ਼ਮ ਨੂੰ ਅਪਣਾਇਆ ਬਲਕਿ ਆਪਣੇ ਲੱਖਾਂ ਪੈਰੋਕਾਰਾਂ ਨੂੰ ਵੀ 14 ਅਕਤੂਬਰ 1956 ਨੂੰ ਬੁੱਧ ਧਰਮ ਦੀ ਦੀਕਸ਼ਾ ਦਿੱਤੀ। ਹੁਣ ਇਹ ਹੈ ਵੀ ਦੇਖੋ ਬਾਬਾ ਸਾਹਿਬ ਨੇ ਜਿਹੜਾ ਬੁੱਧ ਧਰਮ ਦੀ ਜਿਹੜੀ ਦੀਕਸ਼ਾ ਦਿੱਤੀ ਉਹਨਾਂ ਨੇ ਬਾਬਾ ਸਾਹਿਬ ਨੇ ਇਹ ਵੀ ਕਿਹਾ ਕਿ ਵੀ ਧਰਮ ਨੂੰ ਜਿਹੜਾ ਨਜ਼ਰਅੰਦਾਜ਼ ਕਰਨਾ ਇਹ ਬਿਜਲੀ ਦੀ ਚਾਲੂ ਨੰਗੀ ਤਾਰ ਨੂੰ ਨਜ਼ਰਅੰਦਾਜ਼ ਕਰਨੇ ਦੇ ਬਰਾਬਰ ਆ। ਜਿੱਦਾਂ ਤੁਸੀਂ ਬਿਜਲੀ ਦੀ ਚਾਲੂ ਨੰਗੀ ਤਾਰ ਨੂੰ ਹੱਥ ਫੜ ਸਕਦਾ ਕੋਈ ਇਨਸਾਨ ਤੇ ਉਹਦੀ ਮੌਤ ਹੋ ਜਾਂਦੀ, ਠੀਕ ਇਸੇ ਤਰ੍ਹਾਂ ਧਰਮ ਨੂੰ ਜਦੋਂ ਤੁਸੀਂ ਨਜ਼ਰਅੰਦਾਜ਼ ਕਰ ਦਿੰਦੇ ਤੇ ਉਸ ਕਰਕੇ ਵੀ ਤੁਹਾਡੀ ਜਿਹੜੀ ਆ ਮੌਤ ਹੋ ਸਕਦੀ ਆ। ਹੁਣ ਜਿੱਥੇ ਮੰਨ ਲਓ ਬਾਬਾ ਸਾਹਿਬ ਨੇ ਧਰਮ ਨੂੰ ਇਨਸਾਨ ਦੇ ਲਈ ਜ਼ਰੂਰੀ ਦੱਸਿਆ
ਉਹ ਕਾਰਲ ਮਾਰਕਸ ਸੀਗਾ ਜਿਹੜਾ ਕਹਿੰਦਾ ਸੀਗਾ ਵੀ ਧਰਮ ਜ਼ਰੂਰੀ ਨਹੀਂ ਹੈਗਾ। ਬਾਬਾ ਸਾਹਿਬ ਨੇ ਕਿਹਾ ਵੀ ਧਰਮ ਇਨਸਾਨ ਦੇ ਲਈ ਜ਼ਰੂਰੀ ਆ, ਤੇ ਇਸ ਕਰਕੇ ਜੇਕਰ ਉਹ ਜ਼ਰੂਰੀ ਕਹਿ ਰਹੇ ਆ ਤੇ ਫਿਰ ਉਹ ਧਾਰਮਿਕ ਤੌਰ ਤੇ ਉਹ ਸਾਡੇ ਲੀਡਰ ਧਾਰਮਿਕ ਲੀਡਰ ਕਿੱਦਾਂ ਨਹੀਂ ਹੋਏ? ਉਹ ਇਸ ਕਰਕੇ ਵੀ ਹੋਏ, ਦੇਖੋ ਕਿਸੇ ਧਾਰਮਿਕ ਪਹਿਲੀ ਤਾਂ ਮੈਂ ਇੱਥੇ ਗੱਲ ਇਹ ਕਹਿਣਾ ਚਾਹੁੰਦਾ ਕਿ ਦੇਖੋ ਧਾਰਮਿਕ ਹੋਣਾ ਤੇ ਅਧਿਆਤਮਿਕ ਹੋਣਾ ਇਹ ਦੋਨੇ ਅਲੱਗ ਗੱਲਾਂ ਆ। ਅਧਿਆਤਮਿਕ ਹੋਣ ਦੀ ਗੱਲਬਾਤ ਹੋ ਰਿਹਾ, ਬਾਬਾ ਸਾਹਿਬ ਅਧਿਆਤਮਿਕ ਨਹੀਂ ਸੀਗੇ, ਬਾਬਾ ਸਾਹਿਬ ਧਾਰਮਿਕ ਸੀਗੇ। ਧਾਰਮਿਕ ਕਿਸ ਤਰ੍ਹਾਂ ਸੀਗੇ? ਧਾਰਮਿਕ ਹੋਣ ਦਾ ਮਤਲਬ ਇਹ ਹੁੰਦਾ ਵੀ ਅਸੀਂ ਜਿਹੜੇ ਧਰਮ ਨੂੰ ਫੋਲੋ ਕਰਦੇ ਉਸ ਧਰਮ ਦਾ ਅਸੀਂ ਪ੍ਰਚਾਰ ਪ੍ਰਸਾਰ ਕਰਦੇ ਆ, ਇਸ ਕਰਕੇ ਉਹਨਾਂ ਨੂੰ ਧਾਰਮਿਕ ਲੀਡਰ ਵੀ ਕਿਹਾ ਜਾਂਦਾ ਆ। ਤੇ ਬਾਕੀ ਆ ਜਾਂਦੀ ਜੀ, ਦੇਖੋ ਜੀ ਇੱਕ ਗੱਲ ਕਰ ਰਿਹਾ ਕਿ ਜੋ ਜਾਤ ਪਾਤ ਜੇਕਰ ਜਾਤ ਪਾਤ ਫੈਲਾਉਣ ਨਾਲ ਬ੍ਰਾਹਮਣਾਂ ਨੂੰ ਕੋਈ ਲਾਭ ਹੁੰਦਾ ਹੈ, ਫਿਰ ਚਮਾਰਾਂ ਨੂੰ ਵੀ ਲਾਭ ਲਾਜ਼ਮੀ ਹੈ। ਬ੍ਰਾਹਮਣ ਕਿਸੇ ਆਸਮਾਨ ਤੋਂ ਨਹੀਂ ਡਿਗੇ, ਜਾਣੀ ਕਿ ਜੋ ਮੰਨ ਲਓ ਕਹਿੰਦਾ ਬ੍ਰਾਹਮਣਾਂ ਨੂੰ ਲਾਭ ਹੁੰਦਾ ਤੇ ਕਹਿੰਦਾ ਵੀ ਉਹ ਜਾਣੀ ਕਿ ਚਮਾਰ ਕਮਿਊਨਿਟੀ ਨੂੰ ਵੀ ਲਾਭ ਉਹਦਾ ਲਾਜ਼ਮੀ ਆ ਹੋ ਰਿਹਾ। ਬ੍ਰਾਹਮਣ ਕਿਤੇ ਆਸਮਾਨ ਤੋਂ ਨਹੀਂ ਡਿਗੇ। ਮੈਨੂੰ ਨਹੀਂ ਪਤਾ ਵੀ ਇਹ ਸ਼ਾਇਦ ਕਿਹੜੇ ਅਧਿਆਤਮਿਕ ਲਾਭ ਦੀ ਇਹ ਗੱਲ ਕਰ ਰਿਹਾ ਕਿ ਵੀ ਉਹ ਬ੍ਰਾਹਮਣਾਂ ਨੂੰ ਵੀ ਮਿਲ ਗਿਆ ਤੇ ਸਾਨੂੰ ਵੀ ਮਿਲ ਗਿਆ, ਜਾਂ ਆਸਮਾਨ ਤੋਂ ਜਿਹੜਾ ਮੀਂਹ ਮੰਨ ਲਓ ਬ੍ਰਾਹਮਣਾਂ ਦੇ ਪੈ ਗਿਆ ਤੇ ਮੰਨ ਲਓ ਬਾਕੀ ਕਾਸਟ ਦੇ ਉੱਤੇ ਵੀ ਪੈ ਗਿਆ, ਉਹ ਸ਼ਾਇਦ ਉਸ ਲਾਭ ਦੀ ਗੱਲ ਕਰ ਰਿਹਾ। ਬਾਕੀ ਜੇ ਲਾਭ ਜਾਂ ਹਾਨੀਆਂ ਦੀਆਂ ਗੱਲਾਂ ਕਰਨੀਆਂ ਹੋਣ ਤਾਂ ਭਾਈ ਮੈਂ ਦੱਸ ਰਿਹਾ, ਦੇਖੋ ਮੇਰੇ ਕੋਲ ਫਿਲਹਾਲ ਇੰਨਾ ਟਾਈਮ ਨਹੀਂ ਹੈਗਾ ਕਿ ਵੀ ਮੈਂ ਹਰ ਇਹੋ ਜਿਹੇ ਬੇਵਕੂਫ ਦੀਆਂ ਦਖੀਆਂ ਨੂੰ ਸੀ ਗੱਲਾਂ ਦਾ ਮਤਲਬ ਜਵਾਬ ਵਗੈਰਾ ਦਿੰਦਾ ਫਿਰਾਂ ਲਾਈਵ ਹੋ ਕੇ ਇਹਦੇ ਤੇ ਜਿਵੇਂ ਕਿ ਮੈਂ ਇਹ ਹੈ ਕਿ ਵੀ ਖਹਿਰੇ ਨੇ ਇੱਕ ਚੈਲੰਜ ਕੀਤਾ ਆ ਕਿ ਵੀ ਮੇਰੇ ਨਾਲ ਕੋਈ ਵੀ ਕਿਸੇ ਵੀ ਟਾਈਮ ਤੁਸੀਂ ਲਾਈਵ ਹੋ ਜਾਓ। ਉਹਨੇ ਚੈਲੰਜ ਕੀਤਾ ਤੇ ਮੈਂ ਆਲ ਇੰਡੀਆ ਸਮਤਾ ਸੈਨਿਕ ਦਲ ਜਿਹੜਾ ਕਿ ਬਾਬਾ ਸਾਹਿਬ ਦੁਆਰਾ ਬਣਾਇਆ ਹੋਇਆ ਸੰਗਠਨ ਆ, ਉਹਦੇ ਵੱਲੋਂ ਮੈਂ ਤੁਹਾਨੂੰ ਇਹ ਜਿਹੜਾ ਤੁਹਾਡਾ ਚੈਲੰਜ ਹੈ ਇਹਨੂੰ ਮੈਂ ਕਬੂਲ ਕਰਦਾ। ਟਾਈਮ ਸਮਾਂ ਵਗੈਰਾ ਜਿਹੜਾ ਆ ਇਹ ਤੁਸੀਂ ਸਾਨੂੰ ਦੇਣਾ ਆ, ਤੁਸੀਂ ਦੱਸਣਾ ਕਿ ਵੀ ਮੰਨ ਲਓ ਕਿਹੜੇ ਸਮੇਂ ਤੇ ਮੰਨ ਲਓ ਤੁਸੀਂ ਸਾਨੂੰ ਇਹ ਦੇਣਾ ਆ ਟਾਈਮ ਵਗੈਰਾ, ਤੇ ਸਵੇਰੇ ਦੁਪਹਿਰੇ ਸ਼ਾਮ ਜਦੋਂ ਤੁਸੀਂ ਕਹੋ ਮੈਂ ਉਸ ਮੁਤਾਬਕ ਤੁਹਾਡੇ ਨਾਲ ਜਾਣੀ ਕਿ ਲਾਈਵ ਹੋਣ ਨੂੰ ਤਿਆਰ ਹਾਂ। ਤੁਸੀਂ ਆਪਣੇ ਕੁਛ ਜਿਹੜੇ ਹੈਗੇ ਆ ਤੁਹਾਡੇ, ਮੈਂ ਦੇਖਿਆ ਫੇਸਬੁੱਕ ਤੇ ਕੁਝ ਤੁਹਾਡੇ ਫੋਲੋਵਰ ਜਿਹੜੇ ਤੁਹਾਡੇ ਮਗਰ ਜਾਣੀ ਕਿ ਲੱਗੇ ਹੋਏ ਜਾਂ ਕਿੱਦਾਂ, ਤੁਸੀਂ ਉਹਨਾਂ ਨੂੰ ਵੀ ਨਾਲ ਲਿਆ ਸਕਦੇ ਆ ਆਪਣੇ ਸਪੋਰਟਰ ਦੇ ਤੌਰ ਤੇ। ਪਰ ਇੱਥੇ ਮੈਂ ਇੱਕ ਗੱਲ ਮੈਂ ਕਲੀਅਰ ਕਹਿ ਦੇਣੀ ਚਾਹੁੰਦਾ ਕਿ ਵੀ ਉਹ ਦੇਖੋ ਮੇਰੇ ਭਾਈ, ਉਹ ਮੇਰੀ ਗੁਜ਼ਾਰਿਸ਼ ਆ, ਉਹਨੂੰ ਜ਼ਰੂਰ ਮੰਨ ਲਈ। ਤੂੰ ਲਾਈਵ ਜਦੋਂ ਵੀ ਹੋਣਾ ਭਰਾਵਾ ਸ਼ਰਾਬ ਨਾ ਪੀ ਕੇ ਆਈ, ਠੀਕ ਹੈ ਨਾ, ਕਿਉਂਕਿ ਸ਼ਰਾਬ ਵੀ ਦੇ ਅੱਗੇ ਮੰਨ ਲਓ ਕੋਈ ਗੱਲ ਕਰਨ ਦਾ ਮਤਲਬ ਹੁੰਦਾ ਮਤਲਬ ਮੱਝ ਦੇ ਅੱਗੇ ਬੀਨ ਵਜਾਉਣ ਵਾਲੀ ਗੱਲਬਾਤ ਹੁੰਦੀ ਹੈ, ਠੀਕ ਹੈ। ਜਦੋਂ ਵੀ ਆਉਣਾ ਹੋਵੇ ਤਰਕ ਦੇ ਨਾਲ ਗੱਲ ਕਰੀ ਤਾਂ ਸੋਫੀ ਹੋ ਕੇ ਆ ਜੀ। ਮੈਂ ਤੁਹਾਡਾ ਜਿਹੜਾ ਹੈਗਾ ਅਸੀਂ ਸਮਤਾ ਸੈਨਿਕ ਦਲ ਵੱਲੋਂ ਤੁਹਾਡਾ ਜਿਹੜਾ ਚੈਲੰਜ ਆ ਇਹ ਕਬੂਲ ਕਰਦੇ ਆ। ਆਖਿਰ ਵਿੱਚ ਮੈਂ ਇੱਥੇ ਇੱਕ ਗੱਲ ਲਾਸਟ ਵਿੱਚ ਜਾਂਦਾ ਹੋਇਆ ਕਹਿਣਾ ਚਾਹੁੰਦਾ ਬਈ ਕਿ ਵੀ ਖਹਿਰੇ ਨੇ ਕਿਹਾ ਕਿ ਵੀ ਬੋਧੀ ਲੋਕ ਜਿਹੜੇ ਹਨ ਉਹ ਮਿਕਸ ਬਰੀਡ ਦੇ ਹਨ। ਦੇਖੋ ਮੈਂ ਇੱਥੇ ਇੱਕ ਗਲਤ ਫਹਿਮੀ ਇਹਦੀ ਦੂਰ ਕਰਨੀ ਚਾਹੁੰਦਾ ਕਿ ਵੀ ਸ਼ਾਇਦ ਇਹਨੂੰ ਲੱਗ ਰਿਹਾ ਕਿ ਵੀ ਇਹ ਬਹੁਤ ਸ਼ੁੱਧ ਆ, ਇਹਦੇ ਵਿੱਚ ਇੱਕੋ ਹੀ ਨਸਲ ਦਾ ਜਾਣੀ ਕਿ ਕਹਿਣਾ ਮਤਲਬ ਚੱਲਦਾ ਆ ਰਿਹਾ ਸਿਸਟਮ ਵਗੈਰਾ। ਤੇ ਦੇਖੋ ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਬਾਬਾ ਸਾਹਿਬ ਅੰਬੇਡਕਰ ਨੇ ਰਾਈਟਿੰਗ ਐਂਡ ਸਪੀਚਸ ਜੋ ਮਹਾਰਾਸ਼ਟਰ ਗਵਰਨਮੈਂਟ ਨੇ ਛਾਪੇ ਆ ਬਾਬਾ ਸਾਹਿਬ ਦੇ ਰਾਈਟਿੰਗ ਐਂਡ ਸਪੀਚਸ, ਉਹਨਾਂ ਦੇ ਵਿੱਚ ਬਾਬਾ ਸਾਹਿਬ ਜ਼ਿਕਰ ਕਰਦੇ ਆ ਡਾਕਟਰ DR ਭੰਡਾਰਕਰ ਦਾ ਹਵਾਲਾ ਦੇ ਕੇ। ਉਹ ਲਿਖਦੇ ਆ ਬਾਬਾ ਸਾਹਿਬ ਕੀ ਲਿਖਦੇ, ਬਾਬਾ ਸਾਹਿਬ ਕਹਿੰਦੇ ਭਾਰਤ ਦੇ ਲੋਕਾਂ ਵਿੱਚ 100 ਵਿਦੇਸ਼ੀਆਂ ਦਾ ਖੂਨ ਮਿਕਸ ਆ, 100 ਵਿਦੇਸ਼ੀਆਂ ਦਾ, ਠੀਕ ਹੈ। ਇਹ DR ਭੰਡਾਰਕਰ ਬਹੁਤ ਵੱਡਾ ਵਿਦਵਾਨ ਹੋਇਆ, ਉਹਨੇ ਰਿਸਰਚ ਕੀਤੀ ਆ, ਠੀਕ ਹੈ ਜੀ। ਉਹ ਅਗਲਾ ਮਤਲਬ ਬਾਬਾ ਸਾਹਿਬ ਦਾ ਹਵਾਲਾ ਦੇ ਕੇ ਲਿਖਦੇ ਕਿ ਵੀ ਭਾਰਤ ਦੇ ਲੋਕਾਂ ਵਿੱਚ 100 ਵਿਦੇਸ਼ੀਆਂ ਦਾ ਖੂਨ ਮਿਕਸ ਆ। ਇਹ ਜਿਹੜੀ ਮਿਲਾਵਟ ਆ ਇਹ ਨਾ ਕਿ ਜਾਨੀ ਕਿ ਕਹਿਣ ਦਾ ਮਤਲਬ ਹੈ ਬਾਕੀ ਲੋਕਾਂ ਦੇ ਵਿੱਚ ਹੈਗੀ ਆ, ਬਾਕੀ ਕਮਿਊਨਿਟੀਆਂ ਦੇ ਵਿੱਚ ਹੈਗੀ ਆ, ਬਲਕਿ ਜਿਹੜੇ ਬ੍ਰਾਹਮਣ ਆਪਣੇ ਆਪ ਨੂੰ ਬਹੁਤ ਸ਼ੁੱਧ ਕਹਿੰਦੇ ਆ ਉਹਨਾਂ ਦੇ ਵਿੱਚ ਵੀ ਇਹ ਮਿਲਾਵਟ ਆ। ਤੇ ਇਸ ਲਈ ਭਾਈ ਤੂੰ ਵੀ ਆਪਣੇ ਮਨ ਦੇ ਵਿੱਚ ਵਹਿਮ ਕੱਢ ਦੇ ਕਿ ਸ਼ੁੱਧ ਆ, ਕਿਸੇ ਟਾਈਮ DNA ਟੈਸਟ ਕਰਾ ਲਈ, 100 ਦੇ ਆਸ-ਪਾਸ ਤੇਰੇ ਚੋਂ ਵੀ ਇਹ ਜਿਹੜੀਆਂ ਬਰੀਡਾਂ ਵਗੈਰਾ ਜਿਹੜੀਆਂ ਹੈਗੀਆਂ ਨਾ ਮਿਲ ਜਾਣਗੀਆਂ। ਖੈਰ ਹੁਣ ਇਹ ਆ ਕਿ ਵੀ ਚੈਲੰਜ ਭਾਈ ਤੁਹਾਡਾ ਅਸੀਂ ਐਕਸੈਪਟ ਕਰਦੇ ਆ। ਤਰਕ ਦੇ ਨਾਲ ਮੈਂ ਤੁਹਾਡੇ ਸਾਹਮਣੇ ਆਪਣੀ ਗੱਲ ਰੱਖੀ ਆ, ਅਨੁਸ਼ਾਸਨ ਦੇ ਵਿੱਚ ਰੱਖੀ ਆ, ਸੋਫੀ ਰੱਖੀ ਆ, ਤੇ ਇਸ ਕਰਕੇ ਸਵੇਰੇ ਦੁਪਹਿਰੇ ਸ਼ਾਮ ਜਦੋਂ ਚਾਹੇ ਤੁਸੀਂ ਲਾਈਵ ਹੋ ਸਕਦੇ ਆ, ਉਦੋਂ ਤੁਸੀਂ ਆਪਣੀ ਤਰਕ ਦੇ ਨਾਲ ਲਿਆਓ ਗੱਲ, ਅਸੀਂ ਤਰਕ ਨਾਲ ਰੱਖਾਂਗੇ। ਕਿਉਂਕਿ ਬੇਤਰਕੀ ਗੱਲ ਦੇ ਨਾਲ ਕੋਈ ਫਾਇਦਾ ਹੋਣਾ ਨਹੀਂਗਾ। ਤੇਰੇ ਵਰਗੇ ਸ਼ਖਸ ਜਿਹੜੇ ਆ ਸਮਾਜ ਨੂੰ ਪਾੜਨਾ ਅਕਸਰ ਇਤਿਹਾਸ ਦੇ ਵਿੱਚ ਕਈ ਹੋਏ ਆ, ਤੇ ਤੂੰ ਵੀ ਹੋ ਗਿਆ ਤਾਂ ਕੋਈ ਅਨੋਖੀ ਗੱਲ ਨਹੀਂ ਹੈਗੀ। ਬਾਕੀ ਇਹ ਹੈ ਕਿ ਵੀ ਕੋਈ ਹੋਰ ਕਮੈਂਟ ਦੀ ਲੋੜ ਨਹੀਂ ਹੈਗੀ, ਜਦੋਂ ਚਾਹੇ ਲਾਈਵ ਹੋ ਜਾ, ਉਸ ਵਕਤ ਹੀ ਮੈਂ ਤੇਰੀ ਗੱਲ ਦਾ ਜਵਾਬ ਦਊਂਗਾ। ਬਹੁਤ ਬਹੁਤ ਧੰਨਵਾਦ।